ਵਾਹਿਗੁਰੂ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪੁ ਆਦਿ ਸਚ ਜੁਗਾਦਿ ਸਚ ਹੈ ਭੀ ਸਚ। ਨਾਨਕ ਹੋਸੀ ਭੀ ਸਚ। ਜਿਉ ਬੁਲਾਵਹਿ ਤਿਉ ਬੋਲਹਿ ਸੁਆਮੀ। ਕੁਦਰਤ ਕਵਣ ਹਮਾਰੀ। ਸਾਧ ਸੰਗ ਨਾਨਕ ਜਸ ਗਾਇਓ। ਜੋ ਪ੍ਰਭ ਕੀ ਅਤ ਪਿਆਰੀ। ਡੰਡਾਉਤ ਬੰਧਨ ਅਨਿਕ ਬਾਰ। ਸਰਬ ਕਲਾ ਸਮਰੱਥ। ਡੋਲਣ ਤੇ ਰਾਖਹੁ ਪ੍ਰਭੂ। ਨਾਨਕ ਦੇ ਕਰ ਹੱਥ। ਸੋ ਕਹਾਉ ਟਲ ਗੁਰ ਸੇਵੀਐ। ਅਹਨਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ। ਜਨਮ ਮਰਨ ਦੁਖ ਜਾਏ। ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪਹਿਲਾ। ਤੂੰ ਪ੍ਰਭ ਦਾਤਾ ਦਾਨ ਮਤ ਪੂਰਾ। ਹਮ ਥਾਰੇ ਭੇਖਾਰੀ ਜੀਓ। ਮੈਂ ਕਿਆ ਮੰਗੋ ਕਿਛ ਥਿਰ ਨਾ ਰਹਾਈ। ਹਰਿ ਦੀਜੈ ਨਾਮ ਪਿਆਰੀ ਜੀਓ। ਤੂੰ ਪ੍ਰਭ ਦਾਤਾ ਦਾਨ ਮਤ ਪੂਰਾ। ਹਮ ਥਾਰੇ ਭੇਖਾਰੀ ਜੀਓ। ਮੈਂ ਕਿਆ ਮੰਗੋ ਕਿਛ ਥਿਰ ਨਾ ਰਹਾਈ। ਹਰਿ ਦੀਜੈ ਨਾਮ ਪਿਆਰੀ ਜੀਓ। ਘਟ ਘਟ ਰਵ ਰਹਿਆ ਬਨਵਾਰੀ। ਜਲ ਥਲ ਮਹੀਅਲ ਗੁਪਤੋ ਵਰਤੈ। ਗੁਰ ਸਬਦੀ ਦੇਖ ਨਿਹਾਰੀ ਜੀਓ। ਰਹਾਉ ਮਰਤ ਪਇਆਲ ਆਕਾਸ ਦਿਖਾਇਓ। ਗੁਰ ਸਤਿਗੁਰ ਕਿਰਪਾ ਧਾਰੀ ਜੀਓ। ਸੋ ਬ੍ਰਹਮ ਅਜੋਨੀ ਹੈ ਪੀ ਹੋਨੀ। ਘਟ ਭੀਤਰ ਦੇਖ ਮੁਰਾਰੀ ਜੀਓ। ਜਨਮ ਮਰਨ ਕਾ ਇਹੋ ਜਗ ਬਪੜੋ। ਇਨ ਦੂਜੈ ਭਗਤ ਵਿਸਾਰੀ ਜੀਓ। ਸਤਿਗੁਰ ਮਿਲੈ ਤਾ ਗੁਰਮਤਿ ਪਾਈਐ। ਸਾਖਤ ਬਾਜੀ ਹਾਰੀ ਜੀਓ। ਸਤਿਗੁਰ ਬੰਧਨ ਤੋੜ ਨਿਰਾਰੇ।
ਬਹੁੜ ਨਾ ਗਰਭ ਮੰਝਾਰੀ ਜੀਓ। ਨਾਨਕ ਗਿਆਨ ਰਤਨ ਪਰਗਾਸਿਆ। ਹਰ ਮਨ ਵਸਿਆ ਨਿਰੰਕਾਰੀ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬੇ ਕਮਾਲ ਚੌਰ ਛਤਰ ਤਖਤ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਸਜੀ ਸਰਬੱਤ ਸੰਗਤ ਜੀਓ, ਗੁਰੂ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਰਬੱਤ ਸੰਗਤਾਂ ਵੱਡੇ ਭਾਗਾਂ ਵਾਲੇ ਹੋ ਜੋ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਦੀਦਾਰੇ ਉਪਰੰਤ ਪਵਿੱਤਰ ਅੰਮ੍ਰਿਤਮਈ ਗੁਰਬਾਣੀ ਦੀ ਅੰਮ੍ਰਿਤ ਵੇਲੇ ਦੇ ਨਿਤਨੇਮ ਸ਼ਰਾਵਣ ਕੀਤੇ। ਆਪ ਗੁਰੂ ਘਰ ਦੀਆਂ ਸੇਵਾਵਾਂ ਕਰਕੇ ਲਾਹੇ ਪ੍ਰਾਪਤ ਕਰ ਰਹੇ ਹੋ। ਪਾਤਸ਼ਾਹ ਜੀ ਫਰਮਾਨ ਕਰਦੇ ਹਨ, ਪੱਖਾ ਫੇਰੀ ਪਾਣੀ ਢੋਵਾਂ, ਹਰ ਜਨ ਕੈ ਪੀਸਣ ਪੀਸ ਕਮਾਵਾਂ। ਤੇ ਮਹਾਵਾਕਾਂ ਅਨੁਸਾਰ ਮਹਾਰਾਜ ਜੀ ਦਾ ਫਰਮਾਨ ਹੈ ਕਿ ਮੈਂ ਰੱਬ ਦੇ ਪਿਆਰਿਆਂ ਦਾ ਨੂੰ ਪੱਖਾ ਫੇਰਾਂ, ਉਹਨਾਂ ਦੇ ਇਸ਼ਨਾਨ ਕਰਨ ਵਾਸਤੇ ਪਾਣੀ ਢੋਵਾਂ ਤੇ ਉਹਨਾਂ ਦੀ ਸੇਵਾ ਕਮਾਵਾਂ। ਆਪ ਜੀ ਇਸ ਸੇਵਾਵਾਂ ਕਮਾ ਰਹੇ ਹੋ। ਆਓ ਪਾਤਸ਼ਾਹ ਜੀ ਦਾ ਕਿਰਪਾ ਹੋਈ ਹੈ। ਅੰਮ੍ਰਿਤ ਵੇਲੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੇ ਆਪਣੇ ਪਵਿੱਤਰ ਮੁਖਾਰਵਿੰਦ ਦੇ ਵਿੱਚੋਂ ਅੰਮ੍ਰਿਤ ਵੇਲੇ ਦੇ ਸ੍ਰੀ ਮੁਖ ਵਾਕ ਹੁਕਮਨਾਮੇ ਦੀ ਬਖਸ਼ਿਸ਼ ਕੀਤੀ। ਆਓ ਪਾਤਸ਼ਾਹ ਜੀ ਦੇ ਪਵਿੱਤਰ ਹੁਕਮਨਾਮੇ ਦੀ ਕਥਾ ਸ਼ਰਾਵਣ ਕਰੀਏ। ਕਥਾ ਸ਼ਰਾਵਣ ਕਰਨ ਤੋਂ ਪਹਿਲਾਂ ਆਪਣੇ ਮਨ ਬਿਰਤੀਆਂ ਨੂੰ ਕਰੀਏ ਇਕਾਗਰ। ਸਾਰੇ ਰਲ ਕੇ ਬੋਲੀਏ, ਸਤਿਨਾਮ ਸ੍ਰੀ ਵਾਹਿਗੁਰੂ। ਅੱਜ ਦਾ ਮੁੱਖ ਵਾਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਅੰਗ 597-98 ਦੇ ਉੱਪਰੋਂ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ। ਪਾਤਸ਼ਾਹ ਜੀ ਇਸ ਮੁੱਖ ਵਾਕ ਦੇ ਵਿੱਚ ਫਰਮਾਨ ਕਰਦੇ ਹਨ, ਸੋਰਠ ਮਹੱਲਾ ਪਹਿਲਾ। ਸ਼ਾਂਤੀ ਦੇ ਸਮੁੰਦਰ ਸਿੱਖ ਧਰਮ ਦੇ ਪਹਿਲੇ ਰਹਿਬਰ ਐਸੇ ਰਹਿਬਰ ਜਿਨ੍ਹਾਂ ਦੇ ਬਾਬਤ ਮੌਕੇ ਦੇ ਜਿਹੜੇ ਲੋਕ ਸੀ, ਸਾਧੂ ਫਕੀਰ ਸੀ, ਉਹਨਾਂ ਵੱਲੋਂ ਇੱਕ ਅਖਾਣ ਕਿਹਾ ਗਿਆ, ਨਾਨਕ ਸ਼ਾਹ ਫਕੀਰ ਹਿੰਦੂਆਂ ਦੇ ਗੁਰੂ ਮੁਸਲਮਾਨਾਂ ਦੇ ਪੀਰ। ਭਾਵ ਦੋਨੋਂ ਫਿਰਕਿਆਂ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਨੂੰ ਅਪਣਾਇਆ ਗਿਆ। ਉਹਨਾਂ ਨੇ ਪੀਰ ਮੰਨ ਕੇ ਸਤਿਗੁਰੂ ਜੀ ਦੇ ਚਰਨ ਪੂਜਣੇ ਕੀਤੇ ਤੇ ਹਿੰਦੂ ਲੋਕਾਂ ਨੇ ਗੁਰੂ ਮੰਨ ਕਰਕੇ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਚਰਨ ਪੂਜਣੇ ਕੀਤੇ। ਫਿਰ ਪਾਤਸ਼ਾਹ ਜੀ ਨੇ ਇਹਨਾਂ ਦੇ ਵਿੱਚੋਂ ਹੀ ਆਪਣੇ ਸਿੱਖ ਧਰਮ ਨੂੰ ਪੈਦਾ ਕੀਤਾ। ਪਹਿਲੇ ਸਿੱਖ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਮਾਤਾ ਨਾਨਕੀ ਮੰਨੇ ਗਏ ਨੇ। ਪਹਿਲੇ ਸਿੱਖ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਬੇਬੇ ਨਾਨਕੀ ਮੰਨੇ ਗਏ ਨੇ। ਉਸ ਤੋਂ ਬਾਅਦ ਫਿਰ ਜਿਹੜੇ ਸਿੱਖ ਉਹ ਪੈਦਾ ਹੋਣ ਲੱਗ ਪਏ, ਭਾਵ ਬਾਬਾ ਮਰਦਾਨਾ ਜੀ, ਰਾਏ ਬੁਲਾਰ ਜੀ, ਫਿਰ ਅਨੇਕਾਂ ਹੀ ਸਿੱਖਾਂ ਨੇ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਤੋਂ ਦੀਕਸ਼ਾ ਲਈ, ਸਿੱਖਿਆ ਲਈ, ਸਿੱਖਿਆ ਗ੍ਰਹਿਣ ਕੀਤੀ। ਪਾਤਸ਼ਾਹ ਗੁਰੂ ਨਾਨਕ ਦੇਵ ਸਾਹਿਬ ਜੀ ਸੋਰਠ ਰਾਗਣੀ ਦੇ ਵਿੱਚ ਇਸ ਅੰਮ੍ਰਿਤ ਵਚਨ ਦੁਆਰਾ ਪਰਮ ਪਵਿੱਤਰ ਉਪਦੇਸ਼ ਬਖਸ਼ਦੇ ਹਨ। ਇਸ ਸ਼ਬਦ ਦੇ ਵਿੱਚ ਸਤਿਗੁਰੂ ਜੀ ਪਰਮੇਸ਼ਰ ਅੱਗੇ ਬੇਨਤੀ ਕਰਨ ਦਾ ਢੰਗ ਦੱਸਦੇ ਹਨ ਕਿ ਅਕਾਲ ਪੁਰਖ ਵਾਹਿਗੁਰੂ ਨੂੰ ਸਾਰਿਆਂ ਦਾ ਪ੍ਰਭ ਮਾਲਕ ਰੱਖਕ ਹੈ। ਬ੍ਰਹਮਾ, ਵਿਸ਼ਨੂੰ, ਸ਼ਿਵ ਜੀ ਆਦਿਕ ਸਭਨਾਂ ਦੀ ਰੱਖਿਆ ਕਰਨ ਵਾਲਾ
परमात्मा वाहिगुरु है। फिर क्यों ना ਅਸੀਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਤੋਂ ਉਪਦੇਸ਼ ਲੈ ਕਰਕੇ ਵਾਹਿਗੁਰੂ ਨੂੰ ਜਪਣਾ ਕਰੀਏ। ਪਾਤਸ਼ਾਹ ਜੀ ਸੋਰਠ ਰਾਗਣੀ ਦੇ ਵਿੱਚ ਜੋ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਵਿੱਚ 31 ਰਾਗ ਹਨ। 31 ਰਾਗਾਂ ਦੇ ਵਿੱਚੋਂ ਜਿਹੜਾ ਸੋਰਠ ਰਾਗ ਸੋਰਠ ਦਾ ਨੰਬਰ ਹੈ ਇਹ 9ਵਾਂ ਹੈ। 9ਵੇਂ ਨੰਬਰ ਦੇ ਉੱਪਰ ਸੋਰਠ ਰਾਗ ਸੋਰਠ ਰਾਗਣੀ ਅੰਕਿਤ ਕੀਤੀ ਹੈ। ਪਾਤਸ਼ਾਹ ਜੀ ਫਰਮਾਨ ਕਰਦੇ ਹਨ, ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਹਮ ਥਾਰੇ ਭੇਖਾਰੀ ਜੀਓ। ਮਹਾਰਾਜ ਜੀ ਦਾ ਫਰਮਾਨ ਹੈ, हे ਪ੍ਰਮਾਤਮਾ ਵਾਹਿਗੁਰੂ, ਤੂੰ ਸਭ ਨੂੰ ਦਾਤਾਂ ਦੇਣ ਵਾਲਾ ਦਾਨ ਮਤ। ਦਾਨ ਮਤ ਦਾ ਅਰਥ ਹੈ ਜਿਸ ਨੂੰ ਜੋ ਚੀਜ਼ ਦੀ ਲੋੜ ਹੈ ਪਰਮਾਤਮਾ ਨੇ ਉਹਨੂੰ ਬਖਸ਼ਣੀ। ਜਿਵੇਂ ਸਾਨੂੰ ਸੁਆਸਾਂ ਦੀ ਲੋੜ ਹੈ, ਪਰਮਾਤਮਾ ਵਾਹਿਗੁਰੂ ਸਾਨੂੰ ਸੁਆਸ ਬਖਸ਼ਦਾ। ਸਾਡੇ ਇਹ ਸੁੰਦਰ ਸਰੀਰ ਨੂੰ ਚਲਾਉਣ ਵਾਸਤੇ ਅੰਨ ਭੋਜਨ ਦੀ ਲੋੜ ਹੈ, ਪਰਮਾਤਮਾ ਸਾਨੂੰ ਅੰਨ ਭੋਜਨ ਬਖਸ਼ਿਸ਼ ਕਰਦਾ। ਸਾਡੇ ਇਸ ਸਰੀਰ ਨੂੰ ਚਲਾਉਣ ਵਾਸਤੇ ਧੁੱਪ ਦੀ ਰੋਸ਼ਨੀ ਦੀ ਲੋੜ ਹੈ, ਵਾਹਿਗੁਰੂ ਨੇ ਸਾਨੂੰ ਸੂਰਜ ਦੀ ਬਖਸ਼ਿਸ਼ ਕੀਤੀ। ਤੇ ਦੇਖੋ ਆਪਾਂ ਇਸ ਸਰੀਰ ਦੇ ਵਿੱਚ ਭੋਜਨ ਛਕਦੇ ਹਾਂ ਕਾਹਦਾ? ਜਿਹੜਾ ਬਨਸਪਤੀ ਤੋਂ ਬਣਿਆ ਭੋਜਨ, ਸਬਜ਼ੀਆਂ, ਕਣਕ, ਦਾਲਾਂ, ਪ੍ਰਸ਼ਾਦੇ ਇਹ ਛਕਦੇ ਆ। ਤੇ ਵਾਹਿਗੁਰੂ ਨੇ ਕਿੱਡਾ ਸਾਡੇ ਦੇ ਉੱਪਰ ਪਰਉਪਕਾਰ ਕੀਤਾ ਤੇ ਇਸ ਭੋਜਨ ਤੋਂ ਬਦਲ ਕੇ ਸਾਡਾ ਰਕਤ, ਖੂਨ ਤੇ ਚਰਬੀ ਬਣਾ ਦਿੰਦਾ ਹੈ। ਦੇਖੋ ਛਕਦੇ ਅਸੀਂ ਇੱਕ ਕੱਖਾਂ ਕੰਡਿਆਂ ਤੋਂ ਪੈਦਾ ਹੋਈ ਸਬਜ਼ੀ ਹੈ, ਪਰ ਉਹਦਾ ਵਾਹਿਗੁਰੂ ਬਦਲ ਕੇ ਉਸ ਨੂੰ ਖੂਨ ਦੇ ਵਿੱਚ ਪੈਦਾ ਕਰ ਦਿੰਦਾ ਹੈ। ਮਹਾਰਾਜ ਜੀ ਫਰਮਾਨ ਕਰਦੇ ਹਨ, ਇਹ ਵਾਹਿਗੁਰੂ ਅਕਾਲ ਪੁਰਖ ਜੀ ਐਸੇ ਕਿਰਪਾ ਨਿਧਾਨ ਹਨ। ਦਸਮ ਪਾਤਸ਼ਾਹ ਜੀ ਆਪਣੀ ਪਵਿੱਤਰ ਗੁਰਬਾਣੀ ਦੇ ਵਿੱਚ ਫਰਮਾਨ ਕਰਦੇ ਹਨ, ਬ੍ਰਹਮਾ ਵਿਸ਼ਨ ਸਭੈ ਡਰ ਪਾਨੇ, ਮਹਾਕਾਲ ਕੀ ਸਰਣ ਸਿਧਾਨੇ। ਮਹਾਰਾਜ ਜੀ ਫਰਮਾਨ ਕਰਦੇ ਹਨ, ਵੱਡੇ ਵੱਡੇ ਜਿਹੜੇ ਦੇਵਤੇ ਹਨ ਇਹਨਾਂ ਦੀ ਮਹਾਕਾਲ ਦਾ ਰੂਪ ਧਾਰ ਕੇ ਰੱਖਿਆ ਕੀਤੀ ਅਤੇ ਹੇ ਪਰਮੇਸ਼ਰ ਤੂੰ ਦਾਤਾ ਸਾਰੇ ਪਦਾਰਥਾਂ ਦੇ ਦੇਣ ਵਾਲਾ ਹੈ। ਬ੍ਰਹਮਾ, ਵਿਸ਼ਨੂੰ ਤੇ ਸ਼ਿਵ ਜੀ ਆਦਿ ਨੇ ਆਪਣੀਆਂ ਪਦਵੀਆਂ ਦੀ ਇੱਛਾ ਕੀਤੀ ਤਾਂ ਅਕਾਲ ਪੁਰਖ ਦੇ ਨਾਮ ਸ਼ਰਵਣ ਕਰਨੇ ਪੁਰ ਹੀ ਇਹਨਾਂ ਦੀ ਇੱਛਾ ਪੂਰੀ ਹੋ ਗਈ ਹੈ। ਜਿਵੇਂ ਮਹਾਰਾਜ ਜੀ ਜਪਜੀ ਸਾਹਿਬ ਦੇ ਅੰਦਰ ਫਰਮਾਨ ਕਰਦੇ ਹਨ, ਸੁਣਿਐ ਈਸ਼ਰ ਬਰਮਾ ਇੰਦ, ਇਹ ਬ੍ਰਹਮਾ ਵਿਸ਼ਨੂੰ ਆਦਿਕ ਸਭ ਮੰਗਤੇ ਤੇ ਤੂੰ ਦਾਤਾ ਹੈ। ਫਿਰ ਪੂਰਨ ਦਾਨ ਦੇਣ ਮਤ ਵਾਲਾ ਹੈ, ਅਥਵਾ हे ਪ੍ਰਭੂ ਤੁਸੀਂ ਸਾਰਿਆਂ ਦੇ ਦਾਤੇ ਹੋ। ਦਾਤੇ ਹੋ ਪੂਰਨ ਮਤ ਵਾਲੇ, ਅਥਾ ਜਿਸ ਦੀ ਕਿਸੇ ਵੀ ਮਤ ਬੁੱਧੀ ਵਿੱਚ ਇੱਛਾ ਹੁੰਦੀ ਹੈ ਉਸ ਅਨੁਸਾਰ ਉਸ ਨੂੰ ਦਾਨ ਦਿੰਦੇ ਹੋ, ਭਾਵ ਜੋ ਵੀ ਕੋਈ ਲੋਚਦਾ ਹੈ। ਪਾਤਸ਼ਾਹ ਜੀ ਫਰਮਾਨ ਕਰਦੇ ਹਨ, ਦਸਮ ਪਾਤਸ਼ਾਹ ਜੀ, ਜਾਨ ਕੋ ਦੇਤ ਅਜਾਨ ਕੋ ਦੇਤ, ਜ਼ਮੀਨ ਕੋ ਦੇਤ ਜਮਾਨ ਕਉ ਦੈ ਹੈ। ਵਾਹਿਗੁਰੂ ਅਕਾਲ ਪੁਰਖ ਇਤਨਾ ਕਿਰਪਾ ਨਿਧਾਨ ਹੈ, ਜਿਨ੍ਹਾਂ ਦੇ ਵਿੱਚ ਜਾਨ ਹੈ ਉਹਨਾਂ ਨੂੰ ਵੀ ਦਿੰਦਾ ਹੈ, ਅਜਾਨ ਜਿਨ੍ਹਾਂ ਦੇ ਵਿੱਚ ਜਾਨ ਨਹੀਂ ਉਹਨਾਂ ਨੂੰ ਵੀ ਦਾਤਾ ਦੇ ਦਿੰਦਾ ਹੈ। ਮਹਾਰਾਜ ਜੀ ਫਰਮਾਨ ਕਰਦੇ ਹਨ, ਜ਼ਮੀਨ ਕੋ ਦੇਤ, ਜ਼ਮੀਨ ਨੂੰ ਵੀ ਦਾਤਾ ਦਿੰਦਾ ਹੈ, ਇਹਦੀ ਪੈਦਾ ਸ਼ਕਤੀ ਬਣਾਈ ਹੈ ਪ੍ਰਮਾਤਮਾ। ਜਮਾਨ ਕਉ ਦੈ ਹੈ, ਵਾਹਿਗੁਰੂ ਅਕਾਲ ਪੁਰਖ ਐਸਾ ਰੋਜੀ ਹੈ ਕਿ ਉਹ ਜਿਹੜਾ ਆਕਾਸ਼ ਦੇ ਵਿੱਚ ਵਿਚਰਨ ਵਾਲੇ ਕੀੜੇ ਮਕੌੜੇ ਹਨ ਉਹਨਾਂ ਨੂੰ ਵੀ ਪ੍ਰਮਾਤਮਾ ਰੋਜੀ ਦਿੰਦਾ ਹੈ। ਇੱਥੋਂ ਤੱਕ ਕਿ ਪੱਥਰਾਂ ਦੇ ਕੀੜੇ ਵਿੱਚ ਉਹਨਾਂ ਦੀ ਰੋਜੀ ਦੇਣ ਵਾਲੇ ਹਨ। ਜਿਵੇਂ ਮਹਾਰਾਜ ਜੀ ਜੋ ਆਪਾਂ ਰਹਿਰਾਸ ਦੇ ਵਿੱਚ ਸ਼ਾਮ ਨੂੰ ਸੰਧਿਆ ਵੇਲੇ ਸ਼ਬਦ ਪੜ੍ਹਦੇ ਹਾਂ, ਰਾਗ ਗੂਜਰੀ ਮਹੱਲਾ ਪੰਜਵਾ, ਉਸ ਦੇ ਵਿੱਚ ਪਾਤਸ਼ਾਹ ਜੀ ਫਰਮਾਨ ਕਰਦੇ ਹਨ, ਸੈਲ ਪੱਥਰ ਮਹਿ ਰਿਜਕ ਉਪਾਏ,
ਸੈਲ ਪੱਥਰ ਮੈਂ ਜੰਤ ਉਪਾਏ, ਤਾਕਾ ਰਿਜਕ ਆਗੈ ਕਰ ਧਰਿਆ। ਮਹਾਰਾਜ ਜੀ ਫੁਰਮਾਨ ਕਰਦੇ ਹਨ, ਸੈਲ ਪੱਥਰ, ਵੱਡੇ ਪੱਥਰਾਂ ਦੇ ਵਿੱਚ ਕੀੜਿਆਂ ਨੂੰ ਪੈਦਾ ਕਰਕੇ ਉਹਨਾਂ ਦੇ ਅੱਗੇ ਪਰਮਾਤਮਾ ਵਾਹਿਗੁਰੂ ਨੇ ਭੋਜਨ ਰੱਖ ਦਿੱਤਾ। ਸੰਤ ਗਿਆਨੀ ਸੁੰਦਰ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਇੱਕ ਵਾਰ ਆਪਣੀ ਮੌਜ ਦੇ ਉੱਪਰ ਤੁਰੇ ਜਾ ਰਹੇ ਸਨ ਤੇ ਉਧਰੋਂ ਧਾਰੀਵਾਲ ਨਹਿਰ ਦੇ ਪੁਲ ਤੇ ਜਾ ਰਹੇ ਸਨ। ਉੱਥੋਂ ਪੁਲ ਦੀ ਉਸਾਰੀ ਲਈ ਮਜ਼ਦੂਰ ਪੱਥਰ ਚੀਰ ਰਹੇ ਸਨ। ਇੱਕ ਖੁਸ਼ਕ ਪੱਥਰ ਵਿੱਚੋਂ ਜਦੋਂ ਚੀਰਨ ਲੱਗੇ ਤੇ ਕੀੜਾ ਨਿਕਲਿਆ। ਉਸ ਦੇ ਦੁਆਲੇ ਭੂਰੇ ਰੰਗ ਦਾ ਕੁਝ ਮਾਤਰਾ ਦੇ ਵਿੱਚ ਪਦਾਰਥ ਪਿਆ ਸੀ, ਭਾਵ ਪੱਥਰ ਬੰਦ ਸੀ ਚਾਰ ਚੁਫੇਰਿਓਂ। ਜਦੋਂ ਉਹਨੂੰ ਤੋੜਿਆ, ਉਹਦੇ ਵਿੱਚ ਇੱਕ ਖੱਡ ਮਿਲੀ। ਖੱਡ ਦੇ ਆਲੇ ਦੁਆਲੇ ਵੀ ਜਾਣ ਨੂੰ ਕੋਈ ਸੁਰਾਖ ਨਹੀਂ ਸੀ। ਉਹਦੇ ਵਿੱਚ ਟੋਆ ਮਿਲਿਆ, ਟੋਏ ਦੇ ਆਲੇ ਦੁਆਲੇ ਕੋਈ ਜਾਣ ਸੁਰਾਖ ਨਹੀਂ ਸੀ ਤੇ ਉਸ ਟੋਏ ਦੇ ਵਿੱਚ ਕੀੜੇ ਦੇ ਆਲੇ ਦੁਆਲੇ ਕੋਈ ਭੂਰੇ ਰੰਗ ਦਾ ਪਦਾਰਥ ਪਿਆ। ਤੇ ਉਸ ਮਜ਼ਦੂਰ ਦੇ ਦੱਸਣ ਤੇ ਸਾਰੇ ਮਜ਼ਦੂਰ ਅਤੇ ਹੋਰ ਲੋਕ ਇਕੱਠੇ ਹੋ ਗਏ ਵੀ ਆਹ ਦੇਖੋ ਕੀ ਕੌਤਕ ਹੈ, ਇਹਦੇ ਪੱਥਰ ਦੇ ਵਿੱਚ ਕਿਤੋਂ ਵੀ ਜਾਣ ਨੂੰ ਕੋਈ ਸੁਰਾਖ ਨਹੀਂ ਤੇ ਪਤਾ ਨਹੀਂ ਇਹ ਕੀੜਾ ਕਿੱਥੋਂ ਵੜਿਆ ਪੱਥਰ ਦੇ ਵਿੱਚ, ਤੇ ਨਾਲ ਇਹ ਆ ਵਿੱਚ ਪਿਆ। ਤੇ ਮਹਾਂਪੁਰਸ਼ ਰੁਕ ਕੇ ਜਦੋਂ ਜਾਂਦੇ ਜਾਂਦੇ ਗੱਲ ਹੋਈ ਤੇ ਮਹਾਂਪੁਰਸ਼ ਰੁਕ ਕਰਕੇ ਆਖਣ ਲੱਗੇ ਕਿ ਭਾਈ ਇਹ ਸ਼ੱਕਰਖੋਰ ਕੀੜਾ ਹੈ। ਜਦੋਂ ਕਿ ਉਸ ਪਰਮੇਸ਼ਰ ਨੇ ਇਸ ਕੀੜੇ ਨੂੰ ਇਸ ਪੱਥਰ ਵਿੱਚ ਹੀ ਇਸ ਦੀ ਰੋਜੀ ਸ਼ੱਕਰ ਦਿੱਤੀ ਹੈ, ਕਿਉਂਕਿ ਸ਼ੱਕਰ ਤੋਂ ਬਿਨਾਂ ਹੋਰ ਕੋਈ ਪਦਾਰਥ ਨਹੀਂ ਖਾਂਦਾ। ਜਦੋਂ ਨਾ ਉਹ ਮਜ਼ਦੂਰਾਂ ਨੇ ਉਸ ਨੂੰ ਚੱਖ ਕੇ ਦੇਖਿਆ, ਉਸ ਜਿਹੜਾ ਭੂਰੇ ਰੰਗ ਦਾ ਪਦਾਰਥ ਸੀ ਉਸ ਇੰਨਾ ਕੁ ਮਿੱਠਾ ਸੀ ਕਿ ਖੰਡ ਤੇ ਸ਼ੱਕਰ ਨੂੰ ਵੀ ਮਾਤ ਪਾਉਂਦਾ ਸੀ, ਭਾਵ ਇੰਨਾ ਮਿੱਠਾ। ਤੇ ਮਹਾਂਪੁਰਸ਼ਾਂ ਨੇ ਇਹ ਪੰਗਤੀ ਉਚਾਰਨ ਕੀਤੀ, ਸੈਲ ਪੱਥਰ ਮਹਿ ਜੰਤ ਉਪਾਏ, ਤਾਕਾ ਰਿਜਕ ਆਗੈ ਕਰ ਧਰਿਆ। ਮਹਾਰਾਜ ਜੀ ਦੇ ਵਿੱਚ ਇਹ ਭਾਈ ਅੰਕਿਤ ਹੈ ਕਿ ਪਾਤਸ਼ਾਹ ਪ੍ਰਮਾਤਮਾ ਵਾਹਿਗੁਰੂ ਪੱਥਰਾਂ ਦੇ ਵਿੱਚ ਕੀੜਿਆਂ ਨੂੰ ਪੈਦਾ ਕਰਕੇ ਉਹ ਪੱਥਰਾਂ ਦੇ ਵਿੱਚ ਵੀ ਉਹਨੂੰ ਰੋਜੀ ਦਿੰਦਾ ਹੈ। ਕਿਉਂਕਿ ਮਹਾਰਾਜ ਜੀ ਮਾਝ ਰਾਗ ਦੇ ਵਿੱਚ ਵੀ ਇਹੀ ਫੁਰਮਾਨ ਕਰਦੇ ਹਨ, ਪਹਿਲੋਂ ਦੇ ਤੈ ਰਿਜਕ ਸਮਾਹ, ਪਿੱਛੋਂ ਦੇ ਤੈ ਜੰਤ ਉਪਾਹ। ਪਹਿਲਾਂ ਤੂੰ ਜੰਤ ਵਾਸਤੇ ਰਿਜਕ ਭੇਜਦਾ, ਉਹਦਾ ਪ੍ਰਲਬਧ ਬਣਾਉਣਾ ਖਾਣੇ ਪੀਣੇ ਦੀ, ਫਿਰ ਤੂੰ ਇਸ ਧਰਤੀ ਤੇ ਜੰਤ ਨੂੰ ਭੇਜਦਾ ਹੈ। ਮਹਾਰਾਜ ਜੀ ਫੁਰਮਾਨ ਕਰਦੇ ਹਨ, ਭਗਤ ਧੰਨਾ ਜੀ ਦੀ ਪਵਿੱਤਰ ਗੁਰਬਾਣੀ ਵਿੱਚ, ਪਾਖਣ ਕੀਟ ਗੁਪਤ ਹੋਏ ਰਹਿਤਾ, ਤਾਂ ਚੋ ਮਾਰਗ ਨਾਹੀ, ਕਹਿ ਧੰਨਾ ਤਾਂ ਪੂਰਨ ਤਾਹੂ ਕੋ, ਮਤਰੇ ਜੀ ਡਰਾਹੀ। ਭਗਤ ਜੀ ਕਹਿੰਦੇ ਦੇਖ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਆਸਾ ਰਾਗ ਦੇ ਵਿੱਚ ਫੁਰਮਾਨ ਕਰਦੇ ਨੇ, ਕਹਿੰਦੇ ਪਾਖਣ ਕੀਟ ਗੁਪਤ ਹੋਏ ਰਹਿਤਾ। ਪਾਖਣ ਪਹਾੜ ਦੇ ਵਿੱਚ ਕਹਿ ਲਈਏ, ਪੱਥਰ ਦੇ ਵਿੱਚ ਕਹਿ ਲਈਏ, ਕੀਟ ਕੀੜਾ ਗੁਪਤ ਲੁਕਿਆ ਹੋਇਆ, ਕਿਸੇ ਨੂੰ ਵੀ ਪਤਾ ਨਹੀਂ, ਤਾਂ ਚੋ ਮਾਰਗ ਨਾਹੀ, ਉਹਦੇ ਵਿੱਚ ਕੋਈ ਜਾਣ ਨੂੰ ਰਾਹ ਹੀ ਨਹੀਂ ਹੈ ਪੱਥਰ ਦੇ ਵਿੱਚ। ਐਸੇ ਥਾਵੇਂ ਵਾਹਿਗੁਰੂ ਨੇ ਉਹਨੂੰ ਜਨਮ ਦਿੱਤਾ ਵੀ ਪੱਥਰ ਵੀ ਬੰਦ ਹੈ, ਉਹ ਪੱਥਰ ਦੇ ਵਿੱਚ ਉਹਨੂੰ ਜਨਮ ਦਿੱਤਾ। ਕਹਿ ਧੰਨਾ ਪੂਰਨ ਤਾਹੂ ਕੋ, ਭਗਤ ਜੀ ਕਹਿੰਦੇ ਮੈਂ ਕਹਿ ਰਿਹਾ ਉਹ ਵਾਹਿਗੁਰੂ ਐਡਾ ਪੂਰਨ ਪਰਿਪੂਰਨ ਹੈ ਕਿ ਉਸ ਪੱਥਰ ਦੇ ਵਿੱਚ ਵੀ ਉਸ ਨੂੰ ਰੋਜੀ ਦਿੰਦਾ, ਰਿਜ਼ਕ ਦਿੰਦਾ, ਛਕਣ ਵਾਸਤੇ ਦਿੰਦਾ। ਮਤਰੇ ਜੀ ਡਰਾਹੀ, ਇਹ ਮੇਰੇ ਜੀ ਐਵੇਂ ਕਿਉਂ ਡਰੀ ਜਾਂਦਾ, ਕਿਉਂਕਿ ਇਹ ਤਾਂ ਬੜਾ ਵੱਡਾ ਸਮਰੱਥ ਹੈ। ਇਸ ਲਈ ਪਰਮੇਸ਼ਰ ਆਪ ਸਭ ਜੀਵਾਂ ਦੇ ਰੱਖਕ ਮਾਲਕ ਪੂਰਨ ਦਾਨ ਦੇਣ ਵਾਲੇ ਹੋ ਅਤੇ ਹਮ ਥਾਰੇ ਭੇਖਾਰੀ ਜੀਓ। ਹੇ ਮਹਾਰਾਜ, ਅਸੀਂ ਸਾਰੇ ਤਮਾਮ ਜੀਵ ਹਾਂ ਜਿੰਨੇ, ਬੇਸ਼ੱਕ ਕੋਈ ਬਨਸਪਤੀ ਜੀਵ ਹੈ, ਮਨੁੱਖ ਹੈ, ਜਾਨਵਰ ਹਨ, ਪਸ਼ੂ ਹਨ, ਪੰਛੀ ਹਨ, ਹੇ ਪ੍ਰਮਾਤਮਾ ਅਸੀਂ ਆਪ ਜੀ ਦੇ ਦਰ ਦੇ ਮੰਗਤੇ ਹਾਂ। ਮਹਾਰਾਜ ਜੀ ਦਾ ਫਰਮਾਨ ਹੈ, ਇੱਕ ਦਾਤਾ ਸਭ ਮੰਗਤੇ, ਫਿਰ ਦੇਖ ਹੈ ਆਕਾਰ। ਦਾਤਾ ਇੱਕੋ ਹੈ, ਆਪਾਂ ਸਾਰੇ ਮੰਗਤੇ ਹਾਂ ਤੇ ਇਹ ਸਾਰਿਆਂ ਦਾ ਆਕਾਰ ਦੇਖ ਕਰਕੇ ਉਹਨੂੰ ਭੋਜਨ ਦਿੰਦਾ ਹੈ। ਦੇਖੋ ਹਾਥੀ ਦਾ ਆਕਾਰ ਜਿੱਡਾ, ਉਹਨੂੰ ਹਾਥੀ ਦਾ ਜਿਹੜਾ ਪੇਟ ਜਿੰਨੇ ਕੁਆਂਟਲ ਭੋਜਨ ਚ ਭਰਦਾ,
ਉਹਨੇ ਕੁਇੰਟਲ ਹਾਥੀ ਨੂੰ ਭੋਜਨ ਦਿੰਦਾ। ਕੀੜੀ ਦਾ ਜਿੱਡਾ ਪੇਟ ਆ, ਜਿੰਨਾ ਕੀੜੀ ਕਿਣਕੇ ਅੱਧੇ ਕਿਣਕੇ ਨਾਲ ਰੱਜਦੀ ਹੈ, ਕੀੜੀ ਨੂੰ ਭੋਜਨ ਦਿੰਦਾ। ਦੇਖੋ ਵਾਹਿਗੁਰੂ ਨੇ ਕਿੱਡੀ ਪ੍ਰਲੰਭਤ ਤਿਆਰੀ ਕੀਤੀ ਹੈ। ਮਹਾਰਾਜ ਜੀ ਫਰਮਾਨ ਕਰਦੇ ਹਨ, ਇੱਕ ਦਾਤਾ ਸਭ ਜਗਤ ਭੇਖਾਰੀਆ, ਹਰ ਜਚ ਹੈ ਸਭ ਮੰਗ ਮੰਗਣਾ। ਵਾਹਿਗੁਰੂ ਇੱਕੋ ਹੀ ਦਾਤਾ ਹੈ, ਸਾਰੇ ਜਗਤ ਦੇ ਜੀਵ ਭਿਖਾਰੀ ਹਨ, ਤੇ ਜਿਹੜੇ ਸਾਰੇ ਨੇ ਇਹਨਾਂ ਦੀਆਂ ਵੱਖਰੀਆਂ ਵੱਖਰੀਆਂ ਮੰਗਾਂ ਨੇ, ਵੱਖਰੀਆਂ ਵੱਖਰੀਆਂ। ਹੁਣ ਕੋਈ ਗਾਂ ਘਾਹ ਖਾਂਦੀ ਹੈ, ਸ਼ੇਰ ਮਾਸ ਖਾਂਦਾ। ਦੇਖੋ ਪਰਮਾਤਮਾ ਨੇ ਪੈਦਾ ਕੀਤੀ। ਪਾਣੀ ਦੇ ਵਿੱਚ ਰਹਿਣ ਵਾਲਾ ਮਗਰਮੱਛ ਵੀ ਹੈ, ਪਾਣੀ ਦੇ ਵਿੱਚ ਰਹਿਣ ਵਾਲੀ ਡੱਡੂ ਵੀ ਹੈ ਜਿਹੜਾ ਜਾਲੇ ਖਾਂਦਾ ਹੈ, ਪਾਣੀ ਦੇ ਵਿੱਚ ਰਹਿਣ ਵਾਲੀ ਮੱਛੀ ਵੀ ਹੈ ਜਿਹੜੀ ਜਾਲੇ ਖਾਂਦੀ ਹੈ। ਮਹਾਰਾਜ ਜੀ ਪਰਮਾਤਮਾ ਨੇ ਦੋਨਾਂ ਨੂੰ ਉਹਦਾ ਭੋਜਨ ਦਿੱਤਾ। ਵਾਹਿਗੁਰੂ ਜੀ ਫਰਮਾਨ ਕਰਦੇ ਹਨ, ਜਗਤ ਭਿਖਾਰੀ ਫਿਰਤ ਹੈ, ਸਭ ਕੋ ਦਾਤਾ ਰਾਮ। ਆਪਾਂ ਸਾਰੇ ਜਗਤ ਦੇ ਵਿੱਚ ਜਿੰਨੇ ਰਹਿੰਦੇ ਹਾਂ ਭਿਖਾਰੀ ਫਿਰਦੇ ਹਾਂ ਰੱਬ ਦੇ ਅੱਗੇ। ਇਹ ਤਾਂ ਆਪਾਂ ਪ੍ਰਤੱਖ ਹੀ ਮੰਗਦੇ ਹਾਂ ਨਾ, ਗੁਰੂ ਗ੍ਰੰਥ ਸਾਹਿਬ ਜੀ ਤੋਂ ਚਰਨਾਂ ਦੇ ਵਿੱਚ ਬੇਨਤੀ ਕਰਕੇ ਵੀ ਮੰਗਦੇ ਹਾਂ ਵੀ ਸਾਨੂੰ ਆਹ ਚੀਜ਼ਾਂ ਮਿਲ ਜਾਣ, ਆਹ ਚੀਜ਼ਾਂ ਮਿਲ ਜਾਣ। ਫਿਰ ਆਪਾਂ ਸਾਰੇ ਭਿਖਾਰੀ ਹਾਂ। ਮਹਾਰਾਜ ਜੀ ਫਰਮਾਨ ਕਰਦੇ ਹਨ, ਸਭ ਕੋ ਦਾਤਾ ਰਾਮ, ਸਾਰਿਆਂ ਨੂੰ ਦੇਣ ਵਾਲਾ ਦਾਤਾ ਵਾਹਿਗੁਰੂ ਅਕਾਲ ਪੁਰਖ ਰਾਮ ਹੈ। ਪਾਤਸ਼ਾਹ ਜੀ ਫਰਮਾਨ ਕਰਦੇ ਹਨ, ਮੈਂ ਕਿਆ ਮੰਗੋ ਕਿਛ ਥਿਰ ਨਾ ਰਹਾਈ, ਹਰ ਦੀਜੈ ਨਾਮ ਪਿਆਰੀ ਜੀਓ। ਇਹ ਅਕਾਲ ਪੁਰਖ ਵਾਹਿਗੁਰੂ, ਮੈਂ ਹੁਣ ਆਪ ਜੀ ਤੋਂ ਕੀ ਪਦਾਰਥ ਮੰਗਾ, ਮੈਂ ਕੀ ਪਦਾਰਥ ਮੰਗਣਾ ਕਰਾਂ, ਕਿਉਂਕਿ ਇਸ ਸੰਸਾਰ ਦੇ ਵਿੱਚ ਕੋਈ ਵੀ ਪਦਾਰਥ ਅਚਲ ਨਹੀਂ ਰਹਿਣ ਵਾਲਾ। ਆਪਾਂ ਦੇਖਦੇ ਹਾਂ ਕਈ ਅਮੀਰ ਹੁੰਦੇ ਨੇ ਤੇ ਆਪਣੀਆਂ ਅੱਖਾਂ ਦੇ ਸਾਹਮਣੇ ਉਹਨਾਂ ਦੀ ਅਮੀਰੀ ਵੀ ਖੋਈ ਜਾਂਦੀ ਹੈ। ਕਈਆਂ ਦੇ ਔਲਾਦ ਬਹੁਤੀ ਹੁੰਦੀ ਹੈ, ਕਈ ਕਈ ਬੱਚੇ ਹੁੰਦੇ ਨੇ ਤੇ ਉਹਨਾਂ ਦੇ ਆਪਣੇ ਸਾਹਮਣੇ ਆਪਾਂ ਦੇਖਦੇ ਹਾਂ ਉਹਨਾਂ ਦੇ ਸਾਰੇ ਸਾਰੇ ਬੱਚੇ ਹੀ ਚੜ੍ਹਾਈ ਕਰ ਜਾਂਦੇ। ਫਿਰ ਸੰਪਤੀ ਹੈ, ਜ਼ਮੀਨ ਜਾਇਦਾਦ ਹੈ, ਉਹ ਸਾਰੀ ਵਿਕ ਜਾਂਦੀ ਹੈ। ਮਹਾਰਾਜ ਜੀ ਫਰਮਾਨ ਕਰਦੇ ਹਨ, ਹੇ ਪ੍ਰਮਾਤਮਾ ਮੈਂ ਇਹਨਾਂ ਦੇ ਵਿੱਚੋਂ ਕੀ ਮੰਗਾ, ਕੀ ਮੰਗਾ ਮੈਂ ਇਹਨਾਂ ਦੇ ਵਿੱਚ, ਕਿਉਂਕਿ ਇਹ ਤਾਂ ਥਿਰ ਰਹਿਣ ਵਾਲੀ ਕੋਈ ਚੀਜ਼ ਹੀ ਨਹੀਂ, ਕਿਉਂਕਿ ਪਾਤਸ਼ਾਹ ਜੀ ਨੇ ਫਰਮਾਨ ਕੀਤਾ ਹੈ। ਮਹਾਰਾਜ ਜੀ ਫਰਮਾਨ ਕਰਦੇ ਹਨ, ਕਹਿੰਦੇ ਭਾਈ ਜਿਹੜੇ ਵੱਡੇ ਵੱਡੇ ਦੇਵ ਦਿਵਾਲਿਆਂ ਮਥਰਾ ਕਾਂਸੀ ਹੈ ਨਾ, ਉਹ ਸਾਰੀਆਂ ਇੱਥੋਂ ਤੁਰ ਜਾਣਗੀਆਂ, ਨਾਸ ਹੋ ਜਾਣਗੀਆਂ। ਤੇ ਇੱਕ ਰਹਿਣ ਵਾਲਾ ਕੀ ਹੈ, ਥਿਰ ਪਾਰ ਬ੍ਰਹਮ ਪਰਮੇਸ਼ਰੋ ਸੇਵਕ ਥਿਰ ਹੋਸੀ। ਇੱਕ ਤਾਂ ਰੱਬ ਵਾਹਿਗੁਰੂ ਅਕਾਲ ਪੁਰਖ ਇੱਥੇ ਥਿਰ ਰਹੇਗਾ, ਇੱਕ ਉਹਦੇ ਜਿਹੜੇ ਸੇਵਾਦਾਰ ਬਣ ਜਾਣਗੇ ਉਹ ਇੱਥੇ ਥਿਰ ਰਹਿਣਗੇ। ਜਿਵੇਂ ਆਪਾਂ ਮਹਾਂਪੁਰਖ ਸੰਤ ਬਾਬਾ ਪਰਮਜੀਤ ਸਿੰਘ ਜੀ ਮਾਲਪੁਰ ਵਾਲਿਆਂ ਦੀ ਵਰਸੀ ਮਨਾਉਂਦੇ ਹਨ, 4 ਥਾਵੇਂ ਹੋਰ ਵਰਸੀ ਮਨਾਈ ਜਾਂਦੀ ਹੈ, ਤੇ ਇਹ ਰੱਬ ਦੇ ਸੇਵਕ ਬਣੇ। ਇਹਨਾਂ ਦੀ ਹੁਣ ਜਿੰਨਾ ਚਿਰ ਸੰਸਾਰ ਰਹੇਗਾ ਵਰਸੀ ਮੰਨਦੀ ਰਹੇਗੀ। ਮਹਾਰਾਜ ਜੀ ਫਰਮਾਨ ਕਰਦੇ ਹਨ, ਮਹਾਰਾਜ ਜਦੋਂ ਇੱਥੇ ਕੁਝ ਰਹਿਣ ਵਾਲਾ ਹੀ ਨਹੀਂ ਮੈਂ ਫਿਰ ਕੀ ਮੰਗਾ। ਪਰ ਪਾਤਸ਼ਾਹ ਬਸ ਇੱਕ ਕਿਰਪਾ ਕਰਦੇ ਕਿ ਹਰ ਦੀਜੈ ਨਾਮ ਪਿਆਰੀ ਜੀਓ। हे ਅਕਾਲ ਪੁਰਖ ਵਾਹਿਗੁਰੂ ਮੈਂ ਕੀ ਪਦਾਰਥ ਆਪ ਜੀ ਤੋਂ ਮੰਗਣਾ, ਇਸ ਸੰਸਾਰ ਵਿੱਚ ਕੋਈ ਵੀ ਪਦਾਰਥ ਥਿਰ ਅਚਲ ਰਹਿਣ ਵਾਲਾ ਨਹੀਂ। ਇੱਕ ਕਿਰਪਾ ਕਰਕੇ ਦ੍ਰਿਸ਼ਟਮਾਨ ਹੈ ਸਗਲ ਮਥੇਨਾ, ਜਿਹੜਾ ਦੀਦਾ ਮਹਾਰਾਜ ਇਹ ਸਾਰਾ ਮਿਥਿਆ ਹੋਇਆ, ਨਾਸ ਹੋ ਸਕਦਾ। ਸਾਰੀਆਂ ਵਸਤੂਆਂ ਨਾਸ ਹੋਣ ਵਾਲੀਆਂ ਨੇ, ਕਿਉਂਕਿ ਪਾਤਸ਼ਾਹ ਜੀ ਫਰਮਾਨ ਕਰਦੇ ਹਨ, ਨੱਕ ਹੋ ਕਾਟੀ ਕੰਨ ਹੋ ਕਾਟੀ, ਕਾਟ ਕੂਟ ਕੈ ਡਾਰੀ, ਕਹੋ ਕਬੀਰ ਸੰਤਨ ਕੀ ਬੈਰਣ, ਤੀਨ ਲੋਕ ਕੀ ਪਿਆਰੀ। ਮਹਾਰਾਜ ਜੀ ਫਰਮਾਨ ਕਰਦੇ ਹਨ, ਕਹਿੰਦੇ ਭਾਈ ਇਹ ਐਸੀ ਹੈ ਜਿਹੜੀ ਮਾਇਆ ਹੈਗੀ। ਭਗਤ ਕਬੀਰ ਸਾਹਿਬ ਜੀ ਦੇ ਪਾਸ ਹਰ ਰੋਜ਼ ਲక్ష్ਮੀ ਆ ਕਰਕੇ ਮੱਥਾ ਰਗੜਦੀ ਸੀ, ਬੇਨਤੀ ਕਰਦੀ ਕਿ ਭਗਤ ਜੀ ਤੁਸੀਂ ਮੈਨੂੰ ਅੰਗੀਕਾਰ ਕਰ ਲਵੋ, ਪਰ ਭਗਤ ਜੀ ਨੇ ਅਜਿਹਾ ਨਾ ਕੀਤਾ। ਇੱਕ ਵਾਰ ਛਲ ਨਾਲ ਤਾਣੀ ਬਣਾਉਣ ਲਈ ਆ ਗਈ ਤਾਂ ਕਬੀਰ ਜੀ ਦੇ ਪੁੱਤਰ ਨੂੰ ਆਵਾਜ਼ ਮਾਰੀ ਕਿ ਕਮਾਲਿਆ ਛੁਰੀ ਲਿਆ,
ਕਬੀਰ ਜੀ ਕਹਿੰਦੇ ਆਪਣੇ ਪੁੱਤਰ ਨੂੰ, ਜਿਨ੍ਹਾਂ ਦਾ ਨਾਮ ਸੀ ਕਮਾਲ, ਕਹਿੰਦੇ ਕਮਾਲਿਆ ਛੁਰੀ ਲੈ ਕੇ ਆ, ਇਸ ਦਾ ਨੱਕ ਵੱਢੀਏ। ਤੇ ਭਗਤ ਜੀ ਨੇ ਮਾਇਆ ਦੇ ਕੰਨ ਤੇ ਨੱਕ ਵੱਢ ਦਿੱਤੇ। ਗੁਰਬਾਣੀ ਦੇ ਵਿੱਚ ਵੀ ਅੰਕਿਤ ਕੀਤਾ, ਨਾਕੋਂ ਕਾਟੀ ਕਾਨੋਂ ਕਾਟੀ, ਕਾਟ ਕੂਟ ਕੈ ਡਾਰੀ, ਕਹਿ ਕਬੀਰ ਸੰਤਨ ਕੀ ਵੈਰਣ, ਤੀਨ ਲੋਕ ਕੀ ਪਿਆਰੀ। ਕਹੋ ਕਬੀਰ ਸੰਤਨ ਕੀ ਵੈਰਣ, ਤਿੰਨ ਲੋਕ ਦੀ ਪਿਆਰੀ। ਤੇ ਇਸ ਪ੍ਰਕਾਰ ਹਰ ਰੋਜ਼ ਹਰ ਹਾਰ ਸ਼ਿੰਗਾਰ ਕਰਕੇ ਆਪਣੇ ਆਪ ਨੂੰ ਸਫਲ ਕਰਨ ਵਾਸਤੇ ਕਬੀਰ ਸਾਹਿਬ ਦੇ ਬੂਹੇ ਤੇ ਮੱਥਾ ਟੇਕਣ ਲਈ ਆਇਆ ਕਰਦੀ ਸੀ। ਤੇ ਤੀਜੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਵੀ ਚਰਨਾਂ ਦੇ ਵਿੱਚ ਮਾਇਆ ਆਇਆ ਕਰਦੀ ਸੀ। ਜਦੋਂ ਪਾਤਸ਼ਾਹ ਜੀ ਗੋਇੰਦਵਾਲ ਸਾਹਿਬ ਸੀ ਨਾ, ਉਦੋਂ ਮਹਾਰਾਜ ਓਨੀ ਲੰਗਰ ਦੀ ਰਸਤ ਫੜਦੇ ਸੀ ਜਿੰਨੀ ਸ਼ਾਮ ਨੂੰ ਲੱਗ ਜਾਂਦੀ ਸੀ। ਜਿੰਨਾ ਲੰਗਰ ਬਣਾਇਆ ਜਾਂਦਾ ਸੀ ਉਹਨੂੰ ਸ਼ਾਮ ਨੂੰ ਵਰਤਾ ਕੇ ਪਿਆ ਜਾਂਦਾ ਸੀ। ਕੁਝ ਸਮਾਂ ਨਿਸ਼ਚਿਤ ਕੀਤਾ ਜਾਂਦਾ ਸੀ, ਮੰਨ ਲਓ ਵੀ 12 ਵਜੇ ਦਾ, ਕਿਉਂਕਿ 12 ਵਜੇ ਦਿਨ ਬਦਲ ਜਾਂਦਾ ਹੈ ਨਾ। 12 ਵਜੇ ਦਾ ਸਮਾਂ ਨਿਸ਼ਚਿਤ ਕੀਤਾ ਜਾਂਦਾ ਸੀ। ਜਿਹੜਾ ਭੋਜਨ 12 ਵਜੇ ਤੋਂ ਬਚ ਜਾਂਦਾ ਉਹਨੂੰ ਫਿਰ ਜਾ ਕੇ ਦਰਿਆ ਦੇ ਵਿੱਚ ਪਾ ਆਉਂਦੇ। ਦਰਿਆ ਦੇ ਵਿੱਚ ਰੋੜ ਕੇ ਭਾਂਡਿਆਂ ਨੂੰ ਸਾਫ਼ ਕਰਕੇ ਮੂਧੇ ਮਾਰ ਕੇ ਰੱਖ ਦਿੱਤਾ ਜਾਂਦਾ ਸੀ। ਮਹਾਰਾਜ ਜੀ ਦਾ ਹੁਕਮ ਸੀ ਕਿ ਵਾਸਾ ਭੋਜਨ ਨਹੀਂ ਵਰਤਾਉਣਾ। ਤੇ ਪਾਤਸ਼ਾਹ ਮਹਾਰਾਜ ਗੁਰੂ ਅਮਰਦਾਸ ਜੀ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਸੀ। ਤੇ ਇਸ ਤਰ੍ਹਾਂ ਭਗਤ ਕਬੀਰ ਸਾਹਿਬ ਜੀ ਮਹਾਰਾਜ ਜੀ ਦੇ ਜਦੋਂ ਇਹ ਜਿਹੜੀ ਮਾਇਆ ਸੀ ਜਦੋਂ ਨਾ ਅੰਗੀਕਾਰ ਕਰੀ, ਤੇ ਮਹਾਰਾਜ ਜੀ ਦਾ ਫਰਮਾਨ ਹੈ, ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੈ, ਚਰਨੀ ਲੱਗੈ ਤਾਂ ਮਹਿਲ ਪਾਵੈ। ਇਹ ਜਿਹੜੀ ਮਾਇਆ ਹੈ ਨਾ, ਮਾਇਆ ਦੇ ਕਰਕੇ ਹੀ ਵੱਡੇ ਵੱਡੇ ਅਸਥਾਨਾਂ ਦੇ ਉੱਪਰ ਰੌਲੇ ਪੈ ਜਾਂਦੇ ਨੇ। ਗੁਰਦੁਆਰਿਆਂ ਦੀ ਗੋਲਕਾਂ ਦੇ ਪਿੱਛੇ ਪੱਗਾਂ ਲੈ ਜਾਂਦੀਆਂ ਨੇ, ਗੁਰਦੁਆਰਿਆਂ ਦੀਆਂ ਗੋਲਕਾਂ ਦੇ ਪਿੱਛੇ ਕਤਲ ਹੋ ਜਾਂਦੇ ਨੇ। ਦੇਖੋ ਮਾਇਆ ਤਾਂ ਗੁਰੂ ਦੀ ਹੈ ਨਾ, ਮੇਰੇ ਵਰਗੇ ਜਿਹੜੇ ਸਾਹਮਣ ਵਾਲੇ ਨੇ ਉਹੀ ਲੜੀ ਜਾਂਦੇ ਰਹਿੰਦੇ ਨੇ ਮਾਇਆ ਪਿੱਛੇ, ਕਤਲ ਕਿਰਪਾਨਾਂ ਚੱਲਦੀਆਂ ਨੇ। ਤੇ ਇਹ ਮਾਇਆ, ਜਿਸ ਦੇ ਮਾਇਆ ਦੇ ਬਾਬਤ ਭਗਤ ਕਬੀਰ ਸਾਹਿਬ ਜੀ ਦੀ ਇੱਕ ਸਾਖੀ ਹੈ। ਤੇ ਮਾਇਆ ਅਜਨੀ ਵੀ ਆਪਾਂ ਨੂੰ ਹੀ ਮਾਇਆ ਤੰਗ ਕਰਦੀ ਹੈ। ਗੁਰੂ ਸਾਹਿਬ ਵੇਲੇ ਵੀ ਮਾਇਆ ਦਾ ਪ੍ਰਫੁੱਲਤ ਸੀ। ਜਦੋਂ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੂੰ ਗੁਰਤਾ ਗੱਦੀ ਦੀ ਬਖਸ਼ਿਸ਼ ਕੀਤੀ ਸੀ, ਤਾਂ ਬਾਬਾ ਦਾਤੂ ਜੀ ਤੇ ਬਾਬਾ ਦਾਸੂ ਜੀ ਇਸ ਮਾਇਆ ਦੇ ਅਧੀਨ ਹੋ ਕਰਕੇ ਗੋਬਿੰਦਵਾਲ ਸਾਹਿਬ ਜਾ ਕਰਕੇ ਗੁਰੂ ਅਮਰਦਾਸ ਜੀ ਮਹਾਰਾਜ ਜੀ ਤੇ ਲੱਤਾਂ ਮਾਰੀਆਂ। ਉਹਨਾਂ ਨੇ ਲੱਤ ਮਾਰੀ ਸੀ ਮਾਇਆ ਦੇ ਅਧੀਨ ਹੋ ਕਰਕੇ। ਤੀਜੇ ਪਾਤਸ਼ਾਹ ਜੀ ਦੇ, ਦੂਜੇ ਪਾਤਸ਼ਾਹ ਜੀ ਦੇ ਸੁਪੁੱਤਰਾਂ ਨੇ ਲੱਤ ਮਾਰੀ ਮਾਇਆ ਦੇ ਅਧੀਨ ਹੋ ਕੇ। ਤੇ ਉਸ ਤੋਂ ਬਾਅਦ ਜਿਹੜੇ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਸੀ, ਉਹਨਾਂ ਦੇ ਵੱਡੇ ਭਰਾਤਾ ਬਾਬਾ ਪ੍ਰਿਥੀ ਚੰਦ ਜੀ, ਤੇ ਉਹ ਵੀ ਮਾਇਆ ਦੇ ਅਧੀਨ ਹੋ ਕਰਕੇ ਉਹਨਾਂ ਦੀ ਵਿਰੋਧਤਾ ਕਰਦੇ ਸਨ। ਤੇ ਇਹ ਉੱਥੋਂ ਵੀ ਗੱਲ ਚੱਲੀ ਆਈ। ਹੋਰ ਵੀ ਜਿਹੜੀਆਂ ਕਿੰਨੀਆਂ ਸਾਖੀਆਂ ਹਨ। ਤੇ ਇੱਕ ਦਿਨ ਲੋਈ ਨੇ ਦੇਖ ਲਈ ਕਬੀਰ ਜੀ ਤੋਂ। ਲੋਈ ਨੇ ਪੁੱਛਿਆ ਕਿ ਇਹ ਇਸਤਰੀ ਕੌਣ ਆਉਂਦੀ ਹੈ, ਰੋਜ਼ ਕੀ ਕਰਨ ਆਉਂਦੀ ਹੈ? ਤਾਂ ਕਬੀਰ ਨੇ ਕਿਹਾ ਕਿ ਲੋਈ ਇਹ ਮਾਇਆ ਹੈ, ਬੇਨਤੀ ਕਰਨ ਆਉਂਦੀ ਹੈ ਕਿ ਮੈਨੂੰ ਅੰਗੀਕਾਰ ਕਰੋ, ਪਰ ਅਸੀਂ ਇਸ ਨੂੰ ਪ੍ਰਵਾਨ ਨਹੀਂ ਕਰਦੇ। ਤਾਂ ਲੋਈ ਨੇ ਕਿਹਾ, ਤੁਸੀਂ ਇਸ ਨੂੰ ਪ੍ਰਵਾਨ ਕਿਉਂ ਨਹੀਂ ਕਰਦੇ? ਸਾਨੂੰ ਹਮੇਸ਼ਾ ਹੀ ਤੰਗ ਕਰਦੇ ਰਹਿੰਦੇ ਹੋ, ਸੰਤਾਂ ਦੀ ਸੇਵਾ ਕਰੋ, ਸੰਤਾਂ ਦੀ ਸੇਵਾ ਕਰੋ, ਪਰ ਤੁਸੀਂ ਇਹ ਜਿਹੜੀ ਮਾਇਆ ਦੇ ਨਾਲ ਸੇਵਾ ਹੁੰਦੀ ਹੈ ਤੁਸੀਂ ਇਹਨੂੰ ਅੰਗੀਕਾਰ ਨਹੀਂ ਕਰਦੇ। ਮਹਾਰਾਜ ਕਬੀਰ ਸਾਹਿਬ ਜੀ ਫਰਮਾਨ ਕਰਦੇ ਹਨ, ਇੱਕ ਦੋਏ ਮੰਦਰ ਇੱਕ ਦੋਏ ਬਾਟ, ਹਮ ਕਉ ਸਾਥਰ ਉਨ ਕਉ ਖਾਟ, ਮੂੰਡ ਪਲੋਸ ਕਮਰ ਵੱਧ ਪੋਥੀ, ਹਮ ਕਉ ਚਾਪਣ ਉਨ ਕਉ ਰੋਟੀ। ਅਸੀਂ ਦਾਣੇ ਚੱਬਦੇ ਹਾਂ ਤੇ ਥੱਲੇ ਸੱਥਰ ਤੇ ਪੈਂਦੇ ਹਾਂ, ਤੇ ਤੁਸੀਂ ਸੰਤਾਂ ਨੂੰ ਭੋਜਨ ਛਕਾ ਕਰਕੇ ਮੰਜੇ ਪੱਤੇ ਪਾਉਂਦੇ ਹੋ। ਜੇ ਤੁਸੀਂ ਲక్ష్ਮੀ ਨੂੰ ਅੰਗੀਕਾਰ ਕਰ ਲਵੋ, ਅਸੀਂ ਵੀ ਆਨੰਦ ਮਾਣੀਏ ਤੇ ਸੰਤਾਂ ਦੀ ਸੇਵਾ ਵੀ ਚੰਗੀ ਹੋ ਜਾਵੇ। ਤਾਂ ਕਬੀਰ ਜੀ ਕਹਿਣ ਲੱਗੇ, ਅਸੀਂ ਇਸ ਨੂੰ ਪ੍ਰਵਾਨ ਇਸ ਲਈ ਨਹੀਂ ਕਰਦੇ ਕਿ ਅੰਤ ਨੂੰ ਦੁਖਦਾਈ ਹੁੰਦੀ ਹੈ। ਜਿਹੜੀ ਮਾਇਆ ਅੰਤ ਨੂੰ ਦੁਖਦਾਈ ਹੋਈ ਹੈ। ਹੇ ਲੋਈ, ਇਹ ਮਾਇਆ ਇੱਕ ਠੱਗਣੀ ਹੈ, ਇੱਕ ਵਾਰ ਚਮਤਕਾਰ ਕਰਕੇ ਠੱਗ ਲੈਂਦੀ ਹੈ ਤੇ ਆਪਾਂ ਇਸ ਤੋਂ ਬਿਨਾਂ ਹੀ ਠੀਕ ਹਾਂ, ਆਪਣਾ ਗੁਜ਼ਾਰਾ ਸੋਹਣਾ ਚੱਲੀ ਜਾਂਦਾ ਹੈ। ਤਾਂ ਲੋਈ ਕਹਿਣ ਲੱਗੀ, ਜੇ ਤੁਸੀਂ ਅੰਗੀਕਾਰ ਨਹੀਂ ਕਰਨੀ ਤਾਂ ਮੇਰੇ ਭਰਾਵਾਂ ਨੂੰ ਹੀ ਦੇ ਦਿਓ ਇਹ ਮਾਇਆ, ਉਹਨਾਂ ਦੇ ਘਰੇ ਚੱਲ ਜਾਊਗੀ। ਕਬੀਰ ਜੀ ਕਹਿਣ ਲੱਗੇ, ਜਦੋਂ ਕੱਲ ਨੂੰ ਮਾਇਆ ਆਵੇਗੀ ਤਾਂ ਅਸੀਂ ਆਗਿਆ ਕਰ ਦੇਵਾਂਗੇ। ਦੂਜੇ ਦਿਨ ਜਦੋਂ ਲక్ష్ਮੀ ਆਈ, ਕਬੀਰ ਸਾਹਿਬ ਜੀ ਨੇ ਕਹਿਣ ਲੱਗੇ ਕਿ ਤੂੰ ਲੋਈ ਦੇ ਭਰਾਵਾਂ ਦੇ ਚਲੀ ਜਾ। ਲੋਈ ਦੇ ਭਰਾਵਾਂ ਦੇ ਮਾਇਆ ਨੇ ਐਸਾ ਬਲ ਪਾਇਆ ਕਿ ਉਹ ਆਪਸ ਵਿੱਚ ਕ੍ਰੋਧ ਕਰਕੇ ਲੜ ਪਏ
ਸਾਰੇ ਪਹਿਲਾਂ ਅੱਡ ਅੱਡ ਹੋ ਗਏ। ਆਪਾਂ ਵੀ ਦੇਖਿਆ ਨਾ ਮਾਇਆ ਦੇ ਵਿੱਚ ਹੀ, ਆ ਜਿਹੜੀ ਜ਼ਮੀਨ ਆ, ਜਿਹੜੀ ਵੰਡਣ ਬਣਾਉਣ ਵੇਲੇ ਵਿੱਚ ਵੀ ਰੌਲਾ ਪੈਂਦਾ। ਉਹ ਕਹਿੰਦਾ ਮੈਂ ਫਲਾਣੀ ਜ਼ਮੀਨ, ਜਿਹੜੇ ਫਲਾਣੇ ਪਾਸੇ ਵਾਲੀ ਜ਼ਮੀਨ ਹੈ ਨਾ ਤਕੜੀ, ਉਹ ਮੈਂ ਲੈਣੀ ਆ। ਤੇ ਉਹ ਕਈ ਕਈ ਵਾਰੀ ਵੰਡਾਂ ਪੈ ਜਾਂਦੀਆਂ ਨੇ, ਕਈ ਕਈ ਵਾਰੀ ਰੌਲੇ ਪੈਂਦੇ ਨੇ ਜ਼ਮੀਨ ਜਾਇਦਾਦਾਂ ਦੇ ਪਿੱਛੇ। ਵੱਡਾ ਕਹਿੰਦਾ ਇਹ ਤਕੜੀ ਜ਼ਮੀਨ ਮੈਂ ਲੈਣੀ ਹੈ, ਛੋਟਾ ਕਹਿੰਦਾ ਮੈਂ ਲੈਣੀ ਹੈ। ਤਾਂ ਇਸ ਤਰ੍ਹਾਂ ਦੇ ਪਿੱਛੇ ਰੌਲੇ ਪੈ ਜਾਂਦੇ ਨੇ। ਫਿਰ ਕਈ ਕਈ ਵਾਰੀ ਪੰਚਾਇਤਾਂ ਇਕੱਠੀਆਂ ਕਰਨੀਆਂ ਪੈਂਦੀਆਂ ਤੇ ਘਰਾਂ ਦਾ ਜਿਹੜਾ ਸੋਹਣਾ ਘਰ ਬਣਿਆ ਉਹ ਵੀ ਘਰ ਵੀ ਮਾਇਆ, ਤੇ ਉਹ ਮਾਇਆ ਦੇ ਪਿੱਛੇ ਫਿਰ ਘਰਾਂ ਦੇ ਪਿੱਛੇ ਵੀ ਰੌਲੇ, ਗੜਾਸੇ, ਡੰਡੇ, ਬੰਦੂਕਾਂ, ਗੋਲੀਆਂ ਚੱਲ ਪੈਂਦੀਆਂ ਨੇ। ਤਾਂ ਇਸ ਤਰ੍ਹਾਂ ਜਦੋਂ ਮਾਇਆ ਮਾਈ ਲੋਈ ਦੇ ਭਰਾਵਾਂ ਦੇ ਘਰੇ ਚਲੀ ਗਈ, ਪਹਿਲਾਂ ਤਾਂ ਉਹ ਸਾਰੇ ਜਿਹੜੇ ਜੁਲਾਏ ਸੀ ਉਹ ਅੱਡੋ ਅੱਡ ਕਰਵਾ ਦਿੱਤੇ, ਆਪਣੀਆਂ ਆਪਣੀਆਂ ਖੱਡੀਆਂ ਪੁੱਟਣ ਲੱਗੇ। ਜਦੋਂ ਖੱਡੀਆਂ ਪੁੱਟੀਆਂ ਤਾਂ ਹੇਠੋਂ ਲక్ష్ਮੀ ਨਿਕਲ ਆਈ, ਉਹ ਬਹੁਤ ਅਮੀਰ ਬਣ ਗਏ। ਕੁਝ ਦਿਨ ਪਾ ਕੇ ਰਾਜੇ ਸਿਕੰਦਰ ਲੋਧੀ ਨੇ ਉਹਨਾਂ ਨੂੰ ਆਪਣੇ ਵਜ਼ੀਰ ਬਣਾ ਲਿਆ। ਇੱਕ ਦਿਨ ਸਿਕੰਦਰ ਲੋਧੀ ਦੇ ਲੜਕੇ ਨੂੰ ਦੂਸਰੇ ਰਾਜੇ ਦਾ ਜਿਹੜਾ ਵਜ਼ੀਰ ਸੀ ਸਾਕ ਕਰਨ ਆਇਆ। ਜਦੋਂ ਇਹਨਾਂ ਵਜ਼ੀਰਾਂ ਭਾਵ ਲੋਈ ਦੇ ਭਰਾਵਾਂ ਨੂੰ ਪੁੱਛਿਆ ਕਿ ਰਾਜੇ ਦੇ ਲੜਕੇ ਨੂੰ ਸਾਕ ਕਰਨਾ, ਤੁਸੀਂ ਦੱਸੋ ਲੜਕਾ ਕੈਸਾ ਕੈਸਾ ਸੁਭਾਅ ਹੈ ਉਹਦਾ। ਤੇ ਉਹ ਕਹਿਣ ਲੱਗੇ ਜਿਹੜਾ ਰਾਜੇ ਦਾ ਲੜਕਾ ਹੈ ਤਾਂ ਸਿੱਧਾ ਸਾਦਾ ਹੀ ਆ, ਤੇ ਤੂੰ ਸਾਡੇ ਅੱਲਾ ਦਿੱਤੇ ਨੂੰ ਸਾਕ ਕਰ ਜਾ। ਉਹ ਰਾਜੇ ਦਾ ਵਜ਼ੀਰ ਹੈਰਾਨ ਹੋ ਗਿਆ ਵੀ ਐਸੇ ਵੀ ਵਜ਼ੀਰ ਹੋਣਗੇ ਕੋਈ ਜਿਹੜੇ ਆਪਣੇ ਰਾਜੇ ਦੀ ਉਹ ਨਖੇਦੀ ਕਰੀ ਜਾਂਦੇ ਨੇ ਤੇ ਖਰਾਬ ਕਹਿੰਦੇ ਨੇ, ਤੇ ਸਾਡੇ ਲੜਕੇ ਨੂੰ ਸਾਕ ਕਰ ਜਾ। ਲੜਕਾ ਤਾਂ ਸਿੱਧਾ ਸਾਦਾ ਹੈ, ਅਪਰਾਧ ਬਦਲੇ ਇਹਨਾਂ ਨੂੰ ਦੰਡ ਮਿਲਣਾ ਚਾਹੀਦਾ। ਵਜ਼ੀਰ ਕਹਿਣ ਲੱਗਾ। ਬਾਦਸ਼ਾਹ ਨੇ ਗੁੱਸਾ ਖਾ ਕਰਕੇ ਜਾ ਕੇ ਬਾਦਸ਼ਾਹ ਨੂੰ ਕਿਹਾ ਕਿ ਬਾਦਸ਼ਾਹ ਇਹ ਤੇਰੇ ਵਜ਼ੀਰ ਅੱਛੇ ਨਹੀਂ ਹਨ, ਕਿਉਂਕਿ ਮੈਂ ਤੇਰੇ ਬੱਚੇ ਨੂੰ ਸਾਕ ਕਰਨ ਵਾਸਤੇ ਆਇਆ ਸੀ ਫਲਾਣੇ ਰਾਜੇ ਦੀ ਕੁੜੀ ਦਾ, ਇਹ ਕਹਿੰਦੇ ਸਾਡੇ ਅੱਲਾ ਦਿੱਤੇ ਨੂੰ ਕਰਕੇ ਜਾ, ਤੇ ਇਹ ਵਧੀਆ ਗੱਲ ਨਹੀਂ ਹੈ। ਰਾਜਾ ਕਹਿਣ ਲੱਗਾ ਜਾ ਤੂੰ ਇਹਨਾਂ ਦੇ ਇਹਨੂੰ ਕਰ ਜਾ ਸਾਕ, ਫਿਰ ਉਸ ਤੋਂ ਬਾਅਦ ਆਪਾਂ ਕਰਾਂਗੇ, ਫਿਰ ਇਹਨਾਂ ਨੂੰ ਦੰਡ ਵੀ ਦੇਵਾਂਗੇ, ਤੇ ਤੁਸੀਂ ਵਿੱਚ ਆਪਣੇ ਪੁੱਤਰ ਦੇ ਮੰਗਣੇ ਦੀ ਰਸਮ ਕਰ ਲਵੋ। ਜਦੋਂ ਵਕੀਲ ਰਾਜਾ ਕਹਿਣ ਲੱਗਾ ਨਹੀਂ ਇਹਨਾਂ ਨੂੰ ਕਰਕੇ ਜਾ ਤੂੰ। ਉਹ ਗਿਆ ਜੁਲਾਹਿਆਂ ਕੋਲੇ ਵੀ ਠੀਕ ਹੈ ਰਾਜੇ ਦਾ ਪੁੱਤਰ ਤੁਸੀਂ ਸਿੱਧਾ ਸਾਦਾ ਕਹਿੰਦੇ ਹੋ, ਤੁਹਾਡੇ ਮੈਂ ਅੱਲਾ ਦਿੱਤੇ ਨੂੰ ਰਿਸ਼ਤਾ ਕਰ ਜਾਣਾ। ਤੇ ਉਹ ਦਿਨ ਪੱਕਾ ਹੋ ਗਿਆ, ਕਹਿ ਦਿੱਤਾ ਰਾਜੇ ਨੇ ਭਾਈ ਤੁਹਾਡੇ ਪੁੱਤਰ ਨੂੰ ਸਾਕ ਹੋਣਾ, ਰਿਸ਼ਤਾ ਹੋਣਾ, ਅੰਗੇਜਮੈਂਟ ਹੋਣੀ ਆ, ਤੇ ਸਾਰੇ ਰਿਸ਼ਤੇਦਾਰਾਂ ਨੂੰ ਸੱਦ ਬੁਲਾ ਲਓ। ਸੱਦ ਬੁਲਾ ਲਏ, ਇਕੱਠੇ ਕਰ ਲਏ। ਜਦੋਂ ਸਾਰੇ ਰਿਸ਼ਤੇਦਾਰ, ਬਾਬਾ ਕਬੀਰ ਸਾਹਿਬ ਜੀ ਕਹਿਣ ਲੱਗੇ, ਲੋਈ ਕਹਿਣ ਲੱਗੀ ਚਲੋ ਜੀ ਸਾਰੇ ਆ ਗਏ ਹੋਣਗੇ, ਆਪਾਂ ਲੇਟ ਆ। ਬਾਬਾ ਕਬੀਰ ਸਾਹਿਬ ਜੀ ਕਹਿੰਦੇ ਥੋੜਾ ਜਿਹਾ ਚਿਰ ਖੜ ਜਾ, ਮੇਰਾ ਨਿਤਨੇਮ ਰਹਿੰਦਾ, ਇਹਨੂੰ ਪੂਰਾ ਕਰ ਲਈਏ। ਰਾਜੇ ਨੇ ਪੁੱਛਿਆ ਵੀ ਤੁਹਾਡੇ ਸਾਰੇ ਰਿਸ਼ਤੇਦਾਰ ਆ ਗਏ? ਕਹਿੰਦੇ ਜੀ ਹਾਂ ਆ ਗਏ, ਬਸ ਇੱਕੋ ਹੀ ਸਾਡਾ ਪ੍ਰਾਹੁਣਾ ਰਹਿ। ਕਹਿੰਦੇ ਕੋਈ ਗੱਲ ਨਹੀਂ, ਇੱਕਣਾ ਅੱਧੇ ਦਾ ਕੁਛ ਨਹੀਂ ਹੁੰਦਾ। ਤੇ ਥੱਲੋਂ ਰਾਜੇ ਨੇ ਬਰੂਦ ਨੂੰ ਅੱਗ ਲਵਾ ਕਰਕੇ ਸਾਰੇ ਹੀ ਉਡਾ ਦਿੱਤੇ। ਜਦੋਂ ਮਾਈ ਲੋਈ ਤੇ ਕਬੀਰ ਸਾਹਿਬ ਤੁਰੇ ਆਉਂਦੇ ਨੇ, ਦੇਖੇ ਧੂੰਆਂ ਨਿਕਲਦਾ, ਤਾਂ ਮਾਈ ਲੋਈ ਕਹਿਣ ਲੱਗੀ ਦੇਖੋ ਜੀ ਮੇਰੇ ਭਰਾਵਾਂ ਦੀ ਕਿੱਡੀ ਚੜ੍ਹਤ ਹੈ, ਉਹਨਾਂ ਨੇ ਅੱਜ ਖੁਸ਼ੀ ਵਿੱਚ ਬੁਰਜ ਉਡਾਏ। ਕਬੀਰ ਸਾਹਿਬ ਜੀ ਕਹਿੰਦੇ ਇਹ ਤਾਂ ਜਾ ਕੇ ਹੀ ਪਤਾ ਲੱਗੂ ਵੀ ਕੀ ਉੱਡਦਾ ਹੈ। ਜਦੋਂ ਜਾ ਕੇ ਦੇਖਿਆ ਤੇ ਮਹਿਲ ਨੂੰ ਅੱਗ ਲੱਗੀ, ਰੋਣ ਪਿੱਟਣ ਲੱਗੀ। ਭਗਤ ਜੀ ਕਹਿਣ ਲੱਗੇ ਮੈਂ ਤਾਂ ਤੈਨੂੰ ਪਹਿਲਾਂ ਹੀ ਕਿਹਾ ਸੀ ਕਿ ਮਾਇਆ ਛਲ ਰੂਪ ਹੈ। ਇਸ ਪ੍ਰਕਾਰ ਗੁਰੂ ਜੀ ਕਹਿੰਦੇ ਹਨ ਹੇ ਪਰਮੇਸ਼ਰ ਮੈਂ ਐਸੇ ਪਦਾਰਥਾਂ ਤੋਂ ਕੀ ਮੰਗਾਂ ਜੋ ਅਚਲ ਰਹਿਣ ਵਾਲੇ ਨਹੀਂ, ਜਿਨ੍ਹਾਂ ਦਾ ਅੰਤ ਬੜਾ ਦੁਖਦਾਈ ਹੁੰਦਾ ਹੈ। ਇਸ ਕਰਕੇ ਕਿਰਪਾ ਕਰੋ ਹਰ ਦੀਜੈ ਨਾਮ ਪਿਆਰੀ ਜੀਓ। ਹੇ ਵਾਹਿਗੁਰੂ ਸਾਨੂੰ ਆਪਣੇ ਨਾਮ ਦਾ ਪਿਆਰੀ ਪ੍ਰੀਤੀ ਦੇਣਾ ਕਰ। ਹੇ ਪਰਮੇਸ਼ਰ ਸਾਡੀ ਜਿੰਦ ਆਪ ਜੀ ਦੇ ਨਾਮ ਦੀ ਪਿਆਰੀ ਹੈ, ਇਸ ਲਈ ਸਾਨੂੰ ਆਪਣਾ ਨਾਮ ਦੇਣਾ ਕਰ। ਕਿਉਂਕਿ ਜੇ ਸਿੱਖ ਇਤਿਹਾਸ ਨੂੰ ਆਪਾਂ ਪੜ੍ਹਾਂਗੇ ਬਾਚਾਂਗੇ, ਉਹਦੇ ਵਿੱਚ ਜਿੰਨੇ ਵੀ ਗੁਰਸਿੱਖਾਂ ਨੇ ਉਪਾਧੀਆਂ ਪ੍ਰਾਪਤ ਕਰੀਆਂ ਨੇ, ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਥਾਂ ਬਣਾਈ ਹੈ, ਉਹਨਾਂ ਸਾਰਿਆਂ ਨੇ ਪਾਤਸ਼ਾਹ ਤੋਂ ਨਾਮ ਮੰਗਿਆ। ਨਾਮ ਜਿਨ੍ਹਾਂ ਨੇ ਨਾਮ ਮੰਗਿਆ, ਮਹਾਰਾਜ ਜੀ ਨੇ ਉਹਨਾਂ ਦੇ ਨਾਮ ਇਤਿਹਾਸ ਦੇ ਵਿੱਚ ਰੋਸ਼ਨ ਹਨ, ਸੂਰਜ ਦੀ ਤਰ੍ਹਾਂ ਚਮਕ ਰਹੇ ਹਨ। ਘਟ ਘਟ ਰਵ ਰਹਿਆ ਬਨ ਬਾਰੀ, ਘਟ ਘਟ ਚਾਰੇ ਖਾਣੀਆਂ ਸਾਰੇ ਹਿਰਦਿਆਂ ਦੇ ਵਿੱਚ ਇੱਕ ਰਸ ਹੋ ਕੇ ਰੱਬ ਵਿਆਪਕ ਹੋ ਰਿਹਾ ਹੈ। ਸੰਸਾਰ ਰੂਪ ਬਾਗ ਦਾ ਮਾਲੀ
ਜਲ ਥਲ ਮਹੀਅਲ ਗੁਪਤੋ ਵਰਤੈ, ਗੁਰ ਸ਼ਬਦੀ ਦੇਖ ਨਿਹਾਰੀ ਜੀਓ। हे ਪਰਮੇਸ਼ਰ, ਜਲਾਂ ਵਿੱਚ, ਥਲਾਂ ਵਿੱਚ, ਮਹੀਅਲ ਆਕਾਸ਼ ਵਿੱਚ ਤੂੰ ਹੀ ਹੈ, ਪਰ ਗੁਪਤ ਹੋ ਕਰਕੇ ਸਾਰੇ ਵਰਤ ਰਿਹਾ ਹੈ। ਜਲ ਵਿੱਚ ਦਵਰਤਾ ਰੂਪ, ਥਲ ਵਿੱਚ ਇਸਤਰੀ ਰੂਪ, ਮਹੀਮਾ ਧਰਤੀ ਵਿੱਚ ਨਿਮਰਤਾ ਰੂਪ, ਅਲ ਆਕਾਸ਼ ਵਿੱਚ ਨਿਰਖੋਭ ਦੇ ਰੂਪ ਹੋ ਕਰਕੇ ਜਲ ਦੀ ਤਰ੍ਹਾਂ ਦਬੀ ਭੂਤ, ਥਲ ਦੀ ਤਰ੍ਹਾਂ ਚੱਲ ਰੂਪ, ਧਰਤੀ ਦੀ ਤਰ੍ਹਾਂ ਖਿਮਾ ਰੂਪ ਤੇ ਆਕਾਸ਼ ਦੀ ਤਰ੍ਹਾਂ ਨਿਰਲੇਪ ਰੂਪ ਹੋ ਕਰਕੇ ਤੂੰ ਗੁਪਤ ਹੋ ਕਰਕੇ ਵਰਤ ਰਿਹਾ ਹੈ। ਮਹਾਰਾਜ ਜੀ ਫੁਰਮਾਨ ਕਰਦੇ ਹਨ, ਜਲ ਥਲ ਮਹੀਅਲ ਪੂਰਿਆ, ਰਵਿਆ ਵਿੱਚ ਬਣਾ। ਵਾਹਿਗੁਰੂ ਤੋਂ ਬਿਨਾਂ ਕੋਈ ਵੀ ਥਾਂ ਖਾਲੀ ਨਹੀਂ ਹੈ। ਗੁਰ ਸ਼ਬਦੀ ਦੇਖ ਨਿਹਾਰੀ ਜੀਓ। ਪਰ ਜਿਨ੍ਹਾਂ ਨੇ ਗੁਰਾਂ ਦੇ ਸ਼ਬਦਾਂ ਦੀ ਕਮਾਈ ਕੀਤੀ, ਉਹਨਾਂ ਨੇ ਆਪ ਨੂੰ ਸਖਿਆਤ ਕਰਕੇ ਦੇਖ ਲਿਆ। ਉਹਨਾਂ ਦੀ ਬਿਰਤੀ ਦੇਖ ਕੇ ਮੈਂ ਨਿਹਾਰੀ ਨਿਹਾਲ ਹੋ ਗਿਆ ਹਾਂ। ਜਿਨ੍ਹਾਂ ਨੇ ਗੁਰਾਂ ਦੇ ਸ਼ਬਦ ਦੀ ਕਮਾਈ ਕੀਤੀ, ਉਹ ਆਪ ਦੇਖ ਲੈਂਦੇ ਹਨ ਤੇ ਹੋਰਨਾਂ ਅਧਿਕਾਰੀਆਂ ਨੂੰ ਸਖਿਆਤ ਕਰਕੇ ਨਿਹਾਰੀ ਦਿਖਾ ਦਿੰਦੇ ਹਨ। ਮਰਤ ਪਿਆਲ ਆਕਾਸ਼ ਦਿਖਾਇਓ, ਗੁਰ ਸਤਿਗੁਰ ਕਿਰਪਾ ਧਾਰੀ ਜੀਓ। ਪਾਤਸ਼ਾਹ ਜੀ ਫਰਮਾਨ ਕਰਦੇ ਹਨ, ਮਰਤ ਮਾਤ ਲੋਕ ਵਿੱਚ ਪਿਆਲ, ਪਤਾਲ ਲੋਕ ਦੇ ਵਿੱਚ ਆਕਾਸ਼, ਬ੍ਰਹਮ ਲੋਕ ਵਿੱਚ ਆਪ ਦਾ ਸਰੂਪ ਦਿਖਾ ਦਿੱਤਾ। ਮਰਤ ਪੁਰਸ਼ਾਂ ਵਿੱਚ ਪਿਆਲ, ਦੈਂਤਾਂਤ ਸੱਪਾਂ ਵਿੱਚ ਆਕਾਸ਼, ਦੇਵਤਿਆਂ ਵਿੱਚ ਆਪ ਦਾ ਸਰੂਪ ਦਿਖਾ ਦਿੱਤਾ। ਮਰਤ ਜਿਨ੍ਹਾਂ ਦੇਹ ਅਭਿਮਾਨ ਵੱਲੋਂ ਆਪਣੇ ਆਪ ਨੂੰ ਮਰਤ ਮਾਰ ਕੇ ਪਿਆਲ ਨਿਮਰਤਾ ਧਾਰੀ ਹੈ, ਉਹਨਾਂ ਨੂੰ ਆਪ ਦਾ ਆਕਾਸ਼ ਰੂਪ ਦਿਖਾ ਦਿੱਤਾ ਹੈ। ਮਰਤ ਰਜੋ ਗੁਣੀ ਸ੍ਰਿਸ਼ਟੀ ਵਿੱਚ, ਪਿਆਲ ਤਮੋ ਗੁਣੀ ਸ੍ਰਿਸ਼ਟੀ ਦੇ ਵਿੱਚ, ਆਕਾਸ਼ ਸਤੋ ਗੁਣੀ ਸ੍ਰਿਸ਼ਟੀ ਵਿੱਚ ਆਪਣਾ ਸਰੂਪ ਦਿਖਾ ਦਿੱਤਾ। ਵਾਹਿਗੁਰੂ ਅਕਾਲ ਪੁਰਖ ਨੇ ਆਪਣੇ ਪਿਆਰਿਆਂ ਨੂੰ, ਜਿਨ੍ਹਾਂ ਦੇ ਉੱਪਰ ਮਿਹਰ ਕਰਕੇ ਆਪਣੇ ਨਾਮ ਦੀ ਬਖਸ਼ਿਸ਼ ਕੀਤੀ, ਉਹਨਾਂ ਨੇ ਉਹ ਸਰੂਪ ਦਿਖਾ ਕਰਕੇ ਕਹਿ ਦਿੱਤਾ ਕਿ ਇਸ ਤੋਂ ਬਿਨਾਂ ਹੋਰ ਕੋਈ ਚੀਜ਼ ਰਹਿਣ ਵਾਲੀ ਨਹੀਂ ਹੈ। ਗੁਰ ਸਤਿਗੁਰ ਕਿਰਪਾ ਧਾਰੀ ਜੀਓ। ਇਹ ਕਿਰਪਾ ਚੇਤਨ ਸਰੂਪ ਸਤਿਗੁਰਾਂ ਨੇ ਧਾਰੀ ਹੈ। ਅਕਾਲ ਪੁਰਖ ਜੋ ਗੁਰੂ ਨਾਨਕ ਦੇਵ ਜੀ ਦੇ ਗੁਰੂ ਹਨ, ਉਹਨਾਂ ਨੇ ਇਹ ਕਿਰਪਾ ਕੀਤੀ। ਸੋ ਬ੍ਰਹਮ ਅਜੋਨੀ ਹੈ ਭੀ ਹੋਨੀ, ਘਟ ਭੀਤਰ ਦੇਖ ਮੁਰਾਰੀ ਜੀਓ। ਸੋ ਤਤ ਪਦ ਦਾ ਲਖ ਰੂਪ ਬ੍ਰਹਮ ਵਿਆਪਕ ਅਜੋਨੀ, ਜੂਨੀਆਂ ਤੋਂ ਰਹਿਤ ਅਜਨਮਾਂ ਨੂੰ ਮਹਾਰਾਜ ਜੀ ਫਰਮਾਨ ਕਰਦੇ ਹਨ, ਨਾ ਤਿਸ ਬਾਪ ਨਾ ਮਾਏ ਕਿਨ ਤੂੰ ਜਾਇਆ। ਹੈ ਵਾਹਿਗੁਰੂ, ਨਾ ਤੇਰੀ ਕੋਈ ਮਾਂ ਹੈ, ਨਾ ਤੇਰਾ ਬਾਪ ਹੈ, ਤੂੰ ਕਿਹਨੇ ਪੈਦਾ ਕੀਤਾ। ਮਹਾਰਾਜ ਦਸਵੇਂ ਪਾਤਸ਼ਾਹ ਜੀ ਆਪਾਂ ਜਾਪ ਸਾਹਿਬ ਦੇ ਵਿੱਚ ਫਰਮਾਨ ਕਰਦੇ ਹਾਂ, ਰਸਾਵਲ ਛੰਦ ਦੇ ਵਿੱਚ, ਨਾ ਤਤ ਹੈ ਨਾ ਮਤ ਹੈ, ਨਾ ਜਤ ਹੈ ਨਾ ਪਤ ਹੈ। ਭਾਵ ਨਾ ਤੇਰਾ ਕੋਈ ਮਾਂ ਹੈ ਤੇ ਨਾ ਹੀ ਤੇਰਾ ਕੋਈ ਪਿਓ ਹੈ, ਤੇ ਨਾ ਹੀ ਕੋਈ ਤੇਰੀ ਜਾਤ ਹੈ, ਨਾ ਹੀ ਮਹਾਰਾਜ ਤੂੰ ਕਿਸੇ ਦੇ ਵਿੱਚੋਂ ਇਸ ਤਰ੍ਹਾਂ ਤੈਨੂੰ ਕਹਿ ਸਕਦਾ ਕਿ ਫਲਾਣੇ ਵਰਗਾ ਹੋਵੇਗਾ। ਚਾਰੇ ਖਾਣੀਆਂ ਤੋਂ ਰਹਿਤ, ਦਿਵਿਆ ਖਾਣੀ ਤੋਂ ਵੀ ਰਹਿਤ ਹੈ। ਦਿਵਿਆ ਜਾਪਾਤ ਖਾਣੀ ਵਿੱਚ ਵੀ ਤਾਮਸੀ ਸ੍ਰਿਸ਼ਟੀ ਧੂਪ ਆਦਿਕ ਹਨ। ਮਹਾਰਾਜ ਜੀ ਫਰਮਾਨ ਕਰਦੇ ਨੇ, ਐਸੇ ਸਰੂਪ ਨੂੰ ਕਿੱਥੇ ਦੇਖੀਏ। ਭਾਵ ਇਹ ਪਤਾ ਕਿਵੇਂ ਲੱਗੇ ਕਿ ਵਾਹਿਗੁਰੂ ਕਿਵੇਂ ਹੈ। ਘਟ ਭੀਤਰ ਦੇਖ ਮੁਰਾਰੀ ਜੀਓ। ਮਹਾਰਾਜ ਜੀ ਫਰਮਾਨ ਕਰਦੇ ਹਨ, ਉਸ ਨੂੰ ਹਿਰਦੇ ਦੇ ਵਿੱਚ ਦੇਖਣਾ ਕਰੋ। ਹਿਰਦੇ ਦੇ ਵਿੱਚੋਂ ਪਤਾ ਹੈ ਲੱਗੂਗਾ ਵੀ ਇੱਥੇ ਪਰਮਾਤਮਾ ਦਾ ਵਾਸਾ। ਆਪਾਂ ਨੂੰ ਪਤਾ ਲੱਗਦਾ ਹੈ ਨਾ, ਜਦੋਂ ਕਿਸੇ ਤੇ ਕੋਈ ਦਇਆ ਕਰਦਾ, ਆਪਾਂ ਉਹਨੂੰ ਕਹਿੰਦੇ ਆ ਵੀ ਦਇਆਵਾਨ ਹੈ, ਰੱਬ ਵਰਗਾ। ਤੇ ਜੇ ਕੋਈ ਕਿਸੇ ਨੂੰ ਕੋਈ ਭੈੜਾ ਬੋਲਦਾ, ਉਹਨੂੰ ਆਪਾਂ ਕੀ ਕਹਿੰਦੇ ਆ ਵੀ ਇਹ ਤਾਂ ਰਾਖਸ਼ ਹੈ, ਦੇਖ ਕਿਵੇਂ ਵੱਢ ਖਾਉ ਕਰਦਾ। ਮਹਾਰਾਜ ਜੀ ਫਰਮਾਨ ਕਰਦੇ ਹਨ, ਉਹ ਵਾਹਿਗੁਰੂ ਇਸ ਤਰ੍ਹਾਂ ਵਸਦਾ ਜਿਵੇਂ ਉਹ ਮਦ ਜਿਉਂ ਬਾਸ ਬਸਤ ਹੈ, ਮਕਰ ਮਾਹੇ ਜੈਸੇ ਛਾਈ, ਤੈਸੇ ਹੀ ਹਰ ਵਸੇ ਨਿਰੰਤਰ, ਘਟ ਹੀ ਖੋਜੋ ਭਾਈ। ਮਹਾਰਾਜ ਜੀ ਫਰਮਾਨ ਕਰਦੇ ਹਨ, ਜਿਵੇਂ ਫੁੱਲ ਦੇ ਵਿੱਚ ਬਾਸ਼ਨਾ ਵਸਦੀ ਹੈ, ਸ਼ੀਸ਼ੇ ਦੇ ਵਿੱਚ ਜਿਵੇਂ ਛਾਈ ਵਸਦੀ ਹੈ। ਮਹਾਰਾਜ ਜੀ ਫਰਮਾਨ ਕਰਦੇ ਹਨ, ਇਸ ਤਰ੍ਹਾਂ ਹੀ
ਪਰਮਾਤਮਾ ਜਿਹੜਾ ਵਾਹਿਗੁਰੂ ਸਾਰਿਆਂ ਦੇ ਹਿਰਦਿਆਂ ਦੇ ਵਿੱਚ ਨਿਰੰਤਰ ਵਸ ਰਿਹਾ ਹੈ। ਪਾਤਸ਼ਾਹ ਜੀ ਫਰਮਾਨ ਕਰਦੇ ਹਨ, ਜੇ ਉਹ ਵਿਆਪਕ ਸਰੂਪ ਹੈ ਫਿਰ ਜੰਮਦਾ ਮਰਦਾ ਕੌਣ ਹੈ। ਭਾਵ ਮਹਾਰਾਜ ਜੀ ਵੀ ਜੇ ਉਹ ਵਿਆਪਕ ਸਰੂਪ ਹੈ ਫਿਰ ਉਹ ਜਨਮ ਮਰਨ ਕਿਵੇਂ ਹੁੰਦਾ, ਉਹ ਕਿਉਂ ਕਿਵੇਂ ਜੰਮਦਾ ਮਰਦਾ ਹੈ। ਪਾਤਸ਼ਾਹ ਜੀ ਫਰਮਾਨ ਕਰਦੇ ਹਨ, ਜਨਮ ਮਰਨ ਕੋ ਇਹੋ ਜਗ ਬੱਪੜੋ, ਇਨ ਦੂਜੈ ਭਗਤ ਵੇ ਸਾਰੀ ਜੀਓ। ਮਹਾਰਾਜ ਜੀ ਦਾ ਫਰਮਾਨ ਹੈ, ਇਹ ਜਗਤ ਸੰਸਾਰ ਦੇ ਬੱਪੜੇ ਵਿਚਾਰੇ ਜੀਵ ਜੰਮਦੇ ਮਰਦੇ ਹਨ। ਇਹਨਾਂ ਜੀਵਾਂ ਦੇ ਗਲ ਵਿੱਚ ਜਨਮ ਮਰਨ ਦਾ ਕਲੇਸ਼ ਪਿਆ ਹੈ। ਇਹ ਜੀਵ ਜੰਮਦੇ ਮਰਦੇ ਕਿਉਂ ਹਨ। ਪਾਤਸ਼ਾਹ ਜੀ ਫਰਮਾਨ ਕਰਦੇ ਹਨ, ਇਹਨਾਂ ਦੂਜੇ ਭਗਤ ਵਿਸਾਰੀ ਜੀਵ, ਇਹਨਾਂ ਹੋਰ ਪਾਸੇ ਲੱਗੇ ਕਿਸੇ ਦੂਜੇ ਪਾਸੇ ਲੱਗ ਕਰਕੇ ਰੱਬ ਦੀ ਜਿਹੜੀ ਭਗਤੀ ਹੈ ਉਹਨੂੰ ਵਿਸਾਰ ਦਿੱਤਾ। ਪਾਤਸ਼ਾਹ ਜੀ ਦਾ ਫਰਮਾਨ ਹੈ, ਫਿਰ ਇਹ ਜੀਵ ਜੰਮਣ ਮਰਨ ਤੋਂ ਕਿਵੇਂ ਬਚ ਸਕਦੇ ਨੇ। ਪਾਤਸ਼ਾਹ ਜੀ ਨੂੰ ਪੁੱਤਰ ਪ੍ਰਸ਼ਨ ਕੀਤਾ ਕਿ ਹੇ ਮਹਾਰਾਜ, ਇਹ ਫਿਰ ਜੀਵ ਹੈ ਜਿਹੜਾ ਜੰਮਣ ਤੇ ਮਰਨ ਤੋਂ ਕਿਵੇਂ ਬਚ ਸਕਦਾ ਹੈ। ਪਾਤਸ਼ਾਹ ਜੀ ਉੱਤਰ ਦਿੰਦੇ ਹਨ, ਸਤਿਗੁਰ ਮਿਲੈ ਤਾਂ ਗੁਰਮਤਿ ਪਾਈਐ, ਸਾਕਤ ਬਾਜੀ ਹਾਰੀ ਜੀਓ। ਇਹ ਜੇ ਜੀਵ ਸਤਿਗੁਰਾਂ ਨੂੰ ਮਿਲਣ ਤਾਂ ਗੁਰਮਤਿ ਪਾਈ ਹੈ, ਪ੍ਰਾਪਤ ਹੁੰਦੀ ਹੈ। ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚੋਂ ਗੁਰਮਤਿ ਮਿਲਦੀ ਹੈ, ਫਿਰ ਜਨਮ ਮਰਨਾਂ ਤੋਂ ਛੁਟਕਾਰਾ ਹੁੰਦਾ। ਪਰ ਗੁਰਾਂ ਨੂੰ ਮਿਲਣ ਦਾ ਵੀ ਫਰਕ ਹੈ। ਮਹਾਰਾਜ ਜੀ ਆਪ ਦੱਸਦੇ ਨੇ ਕਿਵੇਂ ਫਰਕ ਹੈ। ਮਿਲਿਆ ਮਿਲਿਆ ਨਾ ਮਿਲੈ, ਮਿਲਿਆ ਮਿਲਿਆ ਜੇ ਹੋਏ, ਅੰਤਰ ਆਤਮੈ ਜੇ ਮਿਲੈ, ਮਿਲਿਆ ਕਹੀਐ ਸੋਏ। ਮਹਾਰਾਜ ਜੀ ਕਹਦੇ ਵੀ ਕਿਸੇ ਨੂੰ ਮੁਖਾਰ ਬਿੰਦ ਤੋਂ ਕੋਈ ਬਹੁਤਾ ਗੁਰਦੁਆਰਾ ਸਾਹਿਬ ਜਾ ਕਰਕੇ ਬੈਠਾ ਰਵੇ, ਮੱਥਾ ਟੇਕਦਾ ਹੋਵੇ, ਪਰ ਉਹ ਕਪਟ ਕਰਦਾ ਹੋਵੇ। ਇੱਥੇ ਗੁਰਦੁਆਰਾ ਸਾਹਿਬ ਆ ਕੇ ਤਰ੍ਹਾਂ ਤਰ੍ਹਾਂ ਦੇ ਸਵਾਲ, ਜਿਵੇਂ ਵੀ ਇਹ ਤਾਂ ਦੁੱਧ ਪੀਂਦੇ ਨੇ, ਕੋਈ ਪ੍ਰਸ਼ਾਦਾ ਛਕਣ ਵਾਲਾ ਆ ਗਿਆ, ਤੂੰ ਕਮਾ ਕੇ ਖਾਇਆ ਕਰ, ਇੱਥੇ ਆ ਜਾਂਦੇ ਹੋ। ਮਹਾਰਾਜ ਜੀ ਕਹਿੰਦੇ, ਜੇ ਉਹ ਗੁਰਦੁਆਰਾ ਸਾਹਿਬ ਆ ਗਿਆ ਉਹ ਮਿਲਿਆ ਨਹੀਂ ਹੋ ਸਕਦਾ। ਮਿਲਿਆ ਉਹ ਸਕਦਾ ਹੈ ਅੰਤਰ ਆਤਮੈ ਜੋ ਮਿਲੈ, ਜਿਹੜਾ ਅੰਤਰ। ਜਿਵੇਂ ਸਿੱਖਾਂ ਨੂੰ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ ਕਿ ਭਾਈ ਵੰਡ ਕੇ ਛਕਣਾ, ਤੇ ਵੰਡ ਕੇ ਛਕਣਾ ਆਪਾਂ ਸਾਰੀ ਕਹਿ ਦਿੰਦੇ ਹਾਂ, ਪਰ ਵੰਡ ਕੇ ਛਕਣ ਵਾਲੀ ਜਿਹੜੀ ਤਰਤੀਬ ਹੈ ਉਹ ਬਹੁਤ ਵੱਡੀ ਹੈ। ਆਪਣੇ ਮੂੰਹ ਦੇ ਵਿੱਚੋਂ ਇੱਕ ਬੁਰਕੀ ਮਿਲੇ ਤੇ ਉਹਦੇ ਜਿੰਨੇ ਬੰਦੇ ਬੈਠੇ ਨੇ ਉਹਨੂੰ ਟੋਟੇ ਟੋਟੇ ਕਰਕੇ ਦੇ ਦਿੱਤਾ ਜਾਵੇ, ਉਹਨੂੰ ਵੰਡ ਕੇ ਛਕਣਾ ਕਹਿੰਦੇ ਆ। ਤੇ ਅਸੀਂ ਤਾਂ ਭੁੱਖੇ ਤੋਂ ਖੋ ਕੇ ਵੀ ਖਾ ਲੈਂਦੇ ਆ। ਮਹਾਰਾਜ ਜੀ ਫਰਮਾਨ ਕਰਦੇ ਹਨ, ਐਸਾ ਜਿਹੜਾ ਕੋਈ ਰੱਬ ਦਾ ਪਿਆਰਾ ਹੈ ਉਹਦੇ ਉੱਪਰ ਇਹ ਕਿਰਪਾ ਹੁੰਦੀ ਹੈ, ਨਹੀਂ ਤਾਂ ਫਿਰ ਸਾਕਤ ਬਾਜੀ ਹਾਰੀ ਜੀਓ। ਪਰ ਸਾਕਤ ਪੁਰਸ਼ ਜੋ ਸਤਿਗੁਰਾਂ ਨੂੰ ਨਹੀਂ ਮਿਲੇ, ਉਹਨਾਂ ਨੇ ਅਮੋਲਕ ਮਨੁੱਖਾ ਜਨਮ ਦੀ ਬਾਜੀ ਵਿਸ਼ਿਆਂ ਵਿੱਚ ਲੱਗ ਕੇ ਹਾਰ ਦਿੱਤੀ ਹੈ। ਸਤਿਗੁਰ ਬੰਧਨ ਤੋੜ ਨਿਹਰਾਰੇ, ਬਹੁੜ ਨਾ ਗਰਭ ਮਝਾਰੀ ਜੀਓ। ਜਿਨ੍ਹਾਂ ਨੇ ਗੁਰਮਤਿ ਧਾਰਨ ਕੀਤੀ, ਸਤਿਗੁਰਾਂ ਨੇ ਉਹਨਾਂ ਦੇ ਕਰਤਾ ਭੋਗਤਾ ਪੁਣੇ ਦੇ ਬੰਧਨ ਤੋੜ ਕਰਕੇ ਜਨਮ ਮਰਨ ਤੋਂ ਨਿਰਾਲੇ ਕਰ ਦਿੱਤਾ। ਫਿਰ ਮਾਤਾ ਦੇ ਗਰਭ ਰੂਪੀ ਜੇਲ੍ਹ ਖਾਨੇ ਵਿੱਚੋਂ ਉਹ ਨਹੀਂ ਪੈਂਦੇ। ਸਾਖੀ ਜਿਵੇਂ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਛੇਵੇਂ ਪਾਤਸ਼ਾਹ ਜੀ ਨੇ 52 ਰਾਜਿਆਂ ਨੂੰ ਬੰਧਨ ਤੋੜ ਦਿੱਤੇ ਸਨ, ਐਸੇ ਆਜ਼ਾਦ ਕਰਵਾਏ ਕਿ ਫਿਰ ਜੇਲ੍ਹ ਖਾਨੇ ਵਿੱਚ ਨਹੀਂ ਪਏ। ਤੇ ਐਸੇ ਸਤਿਗੁਰੂ ਜੀ ਸਾਨੂੰ ਇਸ ਮਾਤ ਲੋਕ ਦੀ ਜੇਲ੍ਹ ਦੇ ਵਿੱਚੋਂ ਛੁਡਾ ਦੇਣਗੇ। ਨਾਨਕ ਗਿਆਨ ਰਤਨ ਪਰਗਾਸਿਆ, ਹਰ ਮਨ ਵਸਿਆ ਨਿਰੰਕਾਰੀ ਜੀਓ। ਸਤਿਗੁਰੂ ਜੀ ਫਰਮਾਨ ਕਰਦੇ ਹਨ, ਜਿਨ੍ਹਾਂ ਦੇ ਅੰਦਰ ਗਿਆਨ ਰੂਪੀ ਰਤਨ ਪ੍ਰਕਾਸ਼ ਆਇਆ, ਉਹਨਾਂ ਦੇ ਮਨ ਅੰਦਰ ਨਿਰੰਕਾਰੀ ਅਕਾਲ ਪੁਰਖ ਸਖਿਆਤ ਹੋ ਕਰਕੇ ਵਸ ਗਿਆ ਹੈ। ਹੇ ਪਿਆਰੇ ਜੀ, ਉਹ ਨਿਰੰਕਾਰ ਦਾ ਸਰੂਪ ਹੀ ਹੋ ਗਏ ਹਨ। ਜਿਵੇਂ ਰਤਨ ਨੂੰ ਪ੍ਰਾਪਤ ਕਰਕੇ ਕਿਸੇ ਪਦਾਰਥ ਦੀ ਇੱਛਾ ਨਹੀਂ ਰਹਿੰਦੀ, ਇਸ ਤਰ੍ਹਾਂ ਪਰਮਾਤਮਾ ਨੂੰ ਪ੍ਰਾਪਤ ਕਰਕੇ ਹੋਰ ਕਿਸੇ ਦੇਵੀ ਦੇਵਤੇ ਦੀ ਇੱਛਾ ਨਹੀਂ ਰਹਿੰਦੀ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਸਾਡੇ ਅੰਦਰ ਅਪਰੋਖ ਗਿਆਨ ਰੂਪੀ ਰਤਨ ਪ੍ਰਗਾਸਿਆ, ਪ੍ਰਕਾਸ਼ ਪ੍ਰਗਟ ਹੋਇਆ ਹੈ, ਵਾਹਿਗੁਰੂ ਮਨ ਵਿੱਚ ਵਸ ਗਿਆ ਤੇ ਅਸੀਂ ਨਿਰੰਕਾਰੀ। ਮਹਾਰਾਜ ਜੀ ਗੁਰੂ ਨਾਨਕ ਦੇਵ ਸਾਹਿਬ ਜੀ ਫਰਮਾਨ ਕਰਦੇ ਹਨ, ਨਿਰੰਕਾਰ ਦਾ ਸਰੂਪ ਹੋ ਗਏ ਹਾਂ। ਸੋ ਇਸ ਤਰ੍ਹਾਂ ਪਾਤਸ਼ਾਹ ਜੀ ਨੇ ਅੱਜ ਦੇ ਹੁਕਮ ਦੇ ਵਿੱਚ
ਸਾਨੂੰ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਤੇ ਰੱਬ ਦੇ ਚਰਨਾਂ ਦੇ ਵਿੱਚ, ਪਰਮਾਤਮਾ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਜੋਦੜੀ ਕਰਨੀ ਸਿਖਾਈ ਕਿ ਪਰਮਾਤਮਾ ਦੇ ਚਰਨਾਂ 'ਚ ਇਸ ਤਰ੍ਹਾਂ ਜੋਦੜੀ ਕਰੀਏ ਕਿ ਹੇ ਵਾਹਿਗੁਰੂ, ਤੂੰ ਦਾਤਾ ਦਾਨ ਮਤ ਪੂਰਾ, ਹਮ ਥਾਰੇ ਭੇਖਾਰੀ ਜੀਓ। ਮੈਂ ਕਿਆ ਮੰਗੋ ਕਿਛ ਥਿਰ ਨਾ ਰਹਾਈ, ਇੱਕ ਦੀਜੈ ਨਾਮ ਪਿਆਰੀ ਜੀਓ। ਹੇ ਵਾਹਿਗੁਰੂ, ਮੈਂ ਕੀ ਮੰਗਾ, ਕਿਉਂਕਿ ਇੱਥੇ ਥਿਰ ਰਹਿਣ ਵਾਲਾ ਨਹੀਂ। ਇੱਕ ਸਾਡੇ ਦੇਸ਼ ਦਾ ਇੱਕ ਲਿਖਾਰੀ ਹੋਇਆ ਰਵਿੰਦਰ ਨਾਥ ਟੈਗੋਰ, ਉਹਦੀ ਇੱਕ ਕਿਤਾਬ ਪੜ੍ਹੀ। ਉਸ ਦੀ ਕਿਤਾਬ ਦੇ ਵਿੱਚ ਉਹਨੇ ਇੱਕ ਲੇਖ ਲਿਖਿਆ। ਉਹ ਕਹਿਣ ਲੱਗਾ, ਹੇ ਰੱਬਾ, ਮੈਂ ਤੈਥੋਂ ਹਜ਼ਾਰਾਂ ਮੰਗਾਂ ਮੰਗਦਾ, ਕਿਉਂਕਿ ਉਹ ਮੈਨੂੰ ਨਹੀਂ ਪਤਾ ਵੀ ਜਿਹੜੀਆਂ ਮੈਂ ਤੈਥੋਂ ਮੰਗਾਂ ਮੰਗਦਾ ਉਹ ਮੇਰੇ ਵਾਸਤੇ ਠੀਕ ਨੇ ਜਾਂ ਗਲਤ ਨੇ। ਪਰ ਪਰਮਾਤਮਾ, ਮੈਂ ਜਿੰਨੀਆਂ ਵੀ ਮੰਗਾਂ ਮੰਗਦਾ ਉਹ ਮੇਰੀਆਂ ਸਾਰੀਆਂ ਪੂਰੀਆਂ ਨਾ ਕਰਿਓ, ਮੇਰੀਆਂ ਉਹ ਪੂਰੀਆਂ ਕਰਿਓ ਜਿਹੜੀਆਂ ਮੇਰੇ ਵਾਸਤੇ ਸੌਖੀਆਂ ਹੋਣ, ਮੈਨੂੰ ਲਾਭ ਦੇਣ, ਮੈਨੂੰ ਸੌਖਾ ਰੱਖਣ। ਉਹ ਕਹਿਣ ਲੱਗੇ, ਕਈ ਵਾਰੀ ਗੱਡੀ ਦੀ ਮੰਗ ਕਰੀ, ਗੱਡੀ ਦੇਤੀ, ਉਸ ਗੱਡੀ ਦੇ ਵਿੱਚ ਚੜ੍ਹ ਕੇ ਸਾਰਾ ਪਰਿਵਾਰ ਹੀ ਨਾਸ਼ ਹੋ ਗਿਆ। ਫਿਰ ਉਹ ਮੰਗ ਵਾਹਿਗੁਰੂ ਤੂੰ ਪੂਰੀ ਨਾ ਕਰੀ। ਇਸ ਕਰਕੇ ਪਾਤਸ਼ਾਹ ਜੀ, ਤੂੰ ਦਾਨ ਮਤ ਪੂਰੇਂਗਾ, ਤੂੰ ਸਭ ਨੂੰ ਦਾਨ ਦੇਣ ਵਾਲਾ ਹੈ। ਸੋ ਅੱਜ ਦੇ ਮੁੱਖ ਵਾਕ ਦੀ ਇੱਥੇ ਕਥਾ ਸਮਾਪਤੀ ਹੈ। ਕਥਾ ਕਰਦਿਆਂ ਕੋਲੋਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਤਰੁੱਟੀਆਂ ਰਹਿ ਗਈਆਂ ਹੋਣਗੀਆਂ। ਸਤਿਗੁਰੂ ਜੀ ਕਿਰਪਾ ਕਰਨ ਯੋਗ ਹਨ, ਆਪਣੇ ਚਰਨਾਂ ਦੇ ਵਿੱਚ ਜੋੜ ਕੇ ਰੱਖਣ। ਆਪ ਸੰਗਤਾਂ ਮਾਫੀ ਬਖਸ਼ਿਓ। ਆਓ ਪਾਤਸ਼ਾਹ ਜੀ ਦੇ ਚਰਨਾਂ 'ਚ ਅਰਦਾਸ ਕਰੀਏ।